हाँ जी। सो अज वाला जो अपना टास्क है जी वो तुहाडे सामने आ रहा जी। अज वाला टास्क है जी। ओके जी, पहले ते आपां डिस्कशन करते हैं। डोंट वरी, तुसी मैनू अमन वो अपना जो टास्क है उन्होंने ग्रुप च सेंड करता ते आपां इहदे ते बस डिस्कशन कर लेने, ठीक है ना। डोंट वरी जी, 5 मिनटां दा काम आई। देखियो जी थोड़ा जा अज जो आपां टास्क करना जी तुहाडी स्क्रीन दे सामने जिहदे विच लिखिया पिया nowadays more and more people have access to the internet, but constant availability of any information worsens people's memory and critical thinking skills. To what extent do you agree or disagree? देखो जे टेक्नोलॉजी ਦੇ ਮਾਮਲੇ ਵਿੱਚ ਆਉਂਦਾ ਵਾ ਨਾ ਹੁਣ ਕੋਈ ਟਾਸਕ ਤੇ ਜੇ ਐਗਜ਼ਾਮੀਨਰ ਦਾ ਮੂਡ ਥੋੜਾ ਜਿਹਾ ਖਰਾਬ ਹੋਇਆ ਤਾਂ ਪੱਕਾ ਤੁਹਾਡੇ ਸਾਹਮਣੇ ਜੋ ਟਾਸਕ ਪਿਆ ਵਾ ਇਹਦੇ ਨਾਲ ਦੀ ਸੰਭਾਵਨਾ ਹੋ ਸਕਦੀ ਹੈ ਜੀ। ਜੇ ਸੌਖਾ ਉਹ ਤਾਂ ਚਲੋ ਕਹਿਣਾ ਹੀ ਕੀ ਆ, ਬਟ ਮੈਂ ਕਹਿ ਰਿਹਾ ਕਿ ਜੇ ਉਹਦਾ ਮੂਡ ਔਖਾ ਪਾਉਣ ਦਾ ਹੋਇਆ ਤਾਂ ਤੇ ਕੈਟਾਗਰੀ ਵੀ ਟੈਕਨੋਲੋਜੀ ਵਾਲੀ ਹੋਈ ਤਾਂ ਤੁਹਾਡੇ ਸਾਹਮਣੇ ਜਿਹੜਾ ਐਸੇ ਪਿਆ ਵਾ ਇਦਾਂ ਦੇ ਐਸੇ ਦੀ ਸੰਭਾਵਨਾ ਹੋ ਸਕਦੀ ਹੈ ਜੀ। ਤਾਂ ਕਰਕੇ ਇਹ ਆਪਾਂ ਅੱਜ ਕਰਨ ਲੱਗੇ ਹਾਂ ਜੀ। ਵੈਸੇ ਟੈਕਨੋਲੋਜੀ ਰਿਲੇਟਡ ਬੜੇ ਸੌਖੇ ਹੁੰਦੇ ਐਸੇ ਜੀ ਕਿ ਸੋਸ਼ਲ ਮੀਡੀਆ ਯੂਜ਼ ਕਰਦੇ ਆ ਲੋਕ, ਤੁਹਾਨੂੰ ਕੀ ਲੱਗਦਾ ਵੀ ਇਹ ਪੋਜ਼ਿਟਿਵ ਡਿਵੈਲਪਮੈਂਟ ਹੈ ਕਿ ਨੈਗੇਟਿਵ ਆ, ਜਾਂ ਕਹਿੰਦੇ ਕਿਉਂ ਸੋਸ਼ਲ ਮੀਡੀਆ ਅੱਜ ਕੱਲ੍ਹ ਜ਼ਿਆਦਾ ਚਲਾ ਰਹੇ, ਕੋਈ ਇਦਾਂ ਦੀਆਂ ਹੋ ਸਕਦੀ। ਬਟ ਜੇ ਆਪਾਂ ਥੋੜੇ ਔਖੇ ਦੀ ਗੱਲ ਕਰੀਏ ਜੀ ਉਹ ਫਿਰ ਇਦਾਂ ਦਾ ਹੋ ਸਕਦਾ। ਨਾਓ ਡੇਜ਼ ਮੋਰ ਐਂਡ ਮੋਰ ਪੀਪਲ ਹੈਵ access to the internet, but constant availability of any information worsens people's memory and critical thinking skill. To what extent do you agree or disagree? Understanding ਸਭ ਤੋਂ ਜ਼ਿਆਦਾ ਮੇਨ ਚੀਜ਼ ਹੈ ਜੀ। ਜਿਹੜੇ ਬੱਚੇ ਨੂੰ ਥੋੜਾ ਜਿਹਾ ਘਬਰਾ ਗਿਆ ਕਿ ਮੈਨੂੰ ਆਹ ਚੀਜ਼ ਦਾ ਹੁਣ ਮਤਲਬ ਹੀ ਨਹੀਂ ਪਤਾ ਕਿ ਕ੍ਰਿਟੀਕਲ ਥਿੰਕਿੰਗ ਸਕਿੱਲਸ ਕਿਹੜੀਆਂ ਹੁੰਦੀਆਂ ਜੀ, ਜਾਂ ਜਿਹਨੂੰ ਹੁਣ ਇਦਾਂ ਨਹੀਂ ਪਤਾ ਲੱਗ ਰਿਹਾ ਕਿ ਜੀ ਮੈਂ ਹੁਣ ਐਗਰੀ ਹੋ ਗਿਆ ਤੇ ਹੁਣ ਮੈਂ ਕੀ ਕਰਾਂ ਅੱਗੇ, ਜਾਂ ਬਹੁਤ ਜ਼ਿਆਦਾ ਪੋਸੀਬਿਲਿਟੀ ਹੈ ਕਿ ਬੱਚੇ ਕਈ ਜਿਹੜੇ ਜ਼ਿਆਦਾ ਡਿਵੈਲਪਡ ਹੋ ਕੇ ਐਗਜ਼ਾਮ ਨਹੀਂ ਭਰਦੇ ਕਈ ਵਾਰ, ਤਾਂ ਉਹਨਾਂ ਨੂੰ ਥੋੜੀ ਜਿਹੀ ਨਾਲ ਦਿੱਕਤ ਹੋ ਸਕਦੀ ਕਿ ਇੰਟਰਨੈਟ ਦੇ ਚਲੋ ਜੇ ਕੁਝ ਨਹੀਂ ਲੱਭਿਆ ਤਾਂ ਚਲੋ ਬੈਨੀਫਿਟ ਹੀ ਲਿਖ ਜਾਂਦੇ ਆ ਜੀ ਇੰਟਰਨੈਟ ਦੇ। ਇਦਾਂ ਦੀਆਂ ਵੱਖੋ ਵੱਖਰੀਆਂ ਸੰਭਾਵਨਾ ਇੱਕ ਹਾਲ ਦੇ ਵਿੱਚ ਪੈਦਾ ਹੋ ਜਾਂਦੀਆਂ ਬਾਅਦ ਚੋਂ। ਠੀਕ ਹੈ ਜੀ, ਤਾਂ ਉਹ ਤੋਂ ਬੈਟਰ ਆ ਕਿ ਹਰ ਇੱਕ ਚੀਜ਼ ਨੂੰ ਦੇਖੋ। ਆਪਾਂ ਪਿਛਲੇ ਇੰਨੇ ਮੈਨੂੰ ਲੱਗਦਾ ਸਮੇਂ ਤੋਂ ਟਫ ਟਾਸਕ ਚੱਕ ਰਹੇ ਹਾਂ ਵੀ ਜਿਹਦੇ ਨਾਲ ਆਪਾਂ ਨੂੰ ਇਦਾਂ ਹੋ ਸਕੇ ਵੀ ਚਲੋ ਵਧੀਆ ਲੈਵਲ ਦੀ ਤਿਆਰੀ ਹੋ ਸਕੇ। ਸੌਖਿਆਂ ਦਾ ਤਾਂ ਫਿਰ ਤੁਹਾਨੂੰ ਪਤਾ ਹੀ ਉਹ ਤਾਂ ਸਿੰਪਲ ਹੀ ਹੋ ਜਾਂਦੇ। ਹਾਂਜੀ ਜੀ, ਤੇ ਕੀ ਕਿਹਾ ਜੀ ਉਹਨਾਂ ਨੇ, ਇੱਕ ਵਾਰੀ ਮੈਂ ਤੁਹਾਨੂੰ ਪੰਜਾਬੀ ਦੱਸਦਾ ਵਾਂ ਤੇ ਜਿਹੜੀ ਤੁਸੀਂ ਪੰਜਾਬੀ ਬਣਾਈ ਹੋਈ ਤਾਂ ਵੇਖਿਓ ਉਹ ਨਾਲ ਮੈਚ ਕਰਕੇ। ਠੀਕ ਹੈ ਜੀ, ਵੈਸੇ ਪੰਜਾਬੀ ਬਣਾਉਣੀ ਕੋਈ ਇੰਨੀ ਔਖੀ ਨਹੀਂ ਗਈ, ਇਹਦੀ ਵੈਸੇ ਸੌਖਾ ਹੀ ਹੈ। ਪੁਆਇੰਟ ਵਿੱਚ ਹੋ ਸਕਦਾ ਥੋੜਾ ਜਿਹਾ ਆਪਾਂ ਨੂੰ ਡਿੱਕਾ ਲੱਗੇ ਮਾੜਾ ਜਿਹਾ, ਤੇ ਪੰਜਾਬੀ ਇਹਦੀ ਸਿੰਪਲ ਹੀ ਬਣ ਜਾਣੀ। ਅੱਜ ਕੱਲ ਜ਼ਿਆਦਾ ਤੋਂ ਜ਼ਿਆਦਾ ਲੋਕ ਕਹਿੰਦੇ ਇੰਟਰਨੈਟ ਯੂਜ਼ ਕਰਦੇ ਆ ਜੀ। ਇੰਟਰਨੈਟ ਤੱਕ ਪਹੁੰਚ ਆ ਲੋਕਾਂ ਦੀ, ਪਹੁੰਚ ਦਾ ਮਤਲਬ ਯੂਜ਼ ਕਰਦੇ ਆ ਜੀ। ਠੀਕ ਹੈ ਜੀ, ਬਟ ਇਹ ਜਿਹੜੀ ਕੌਨਸਟੈਂਟ ਅਵੇਲੇਬਿਲਿਟੀ ਹੈ ਨਾ ਕਹਿੰਦੀ ਇਨਫੋਰਮੇਸ਼ਨ ਦੀ, ਇਹ ਜਿਹੜੀ ਇੰਨੀ ਜ਼ਿਆਦਾ ਕੌਨਸਟੈਂਟ ਜਿਹੜੀ ਇਨਫੋਰਮੇਸ਼ਨ ਆ ਜੀ ਨੈਟ ਉੱਪਰ, ਵੈਬਸਾਈਟਸ ਆ, ਚੈਨਲ ਆ, ਉਹ ਆ, ਕੋਈ ਨਵੀਆਂ ਚੀਜ਼ਾਂ ਇੰਨੀਆਂ ਜ਼ਿਆਦੇ ਵਾਰਸਨ ਬੱਤਰ ਕਰ ਦਿੰਦੀਆਂ ਜੀ, ਇਹ ਡੈਮੇਜ ਕਰ ਦਿੰਦੀਆਂ, ਡਿਸਟਰੋਏ ਕਰ ਦਿੰਦੀਆਂ, ਹਾਰਮਫੁਲ ਹੈ ਜੀ, ਜੋ ਮਰਜ਼ੀ ਸਮਝ ਲਓ ਇਹ ਵਰਡ ਨੂੰ। ਕਿਹੜੀ ਚੀਜ਼ ਲਈ ਹਾਰਮਫੁਲ ਆ? ਲੋਕਾਂ ਦੀ ਮੈਮਰੀ, ਆਪਣੇ ਬ੍ਰੇਨ 'ਚ ਮੈਮਰੀ ਹੁੰਦੀ ਹੈ ਨਾ ਜਿਹਨੂੰ ਆਪਾਂ ਯਾਨੀ ਕਿ ਯਾਦਦਾਸ਼ਤ ਨਾਲ ਜੋੜਦੇ ਆ। ਮੈਮਰੀ ਦੇ ਵਿੱਚ ਮੈਂ ਤਾਂ ਜ਼ਿਆਦਾ ਨਹੀਂ ਜਾਊਂਗਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਆਪਣੇ ਬ੍ਰੇਨ ਦੀ ਮੈਮਰੀ ਦਾ ਮਤਲਬ ਕੀ ਹੁੰਦਾ। ਉਹ ਕਹਿੰਦੇ ਜੀ ਆਪਣੀ ਮੈਮਰੀ ਨੂੰ ਵੀ ਖਰਾਬ ਕਰਦੀ ਆ, ਵਾਰਸਨ ਆ ਜੀ। ਇੰਨੀ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਆਪਣੇ ਕੋਲੇ ਹੈਗੀ ਆ, ਕੌਨਸਟੈਂਟ ਅਵੇਲੇਬਿਲਿਟੀ ਆਫ ਐਨੀ ਇਨਫੋਰਮੇਸ਼ਨ, ਵੀ ਆ ਜਿਹੜੇ ਕੌਨਸਟੈਂਟ ਲਗਾਤਾਰ ਆਪਾਂ ਨੂੰ ਚੀਜ਼ਾਂ ਮਿਲਦੀਆਂ ਰਹਿੰਦੀਆਂ ਜੀ, ਇਹ ਆਪਣੀ ਮੈਮਰੀ ਨੂੰ ਵੀ ਖਰਾਬ ਕਰਦੀਆਂ ਜੀ ਉਹ ਕਹਿੰਦੇ। ਤੇ ਕ੍ਰਿਟੀਕਲ ਥਿੰਕਿੰਗ ਸਕਿੱਲ, ਹੁਣ ਕ੍ਰਿਟੀਕਲ ਥਿੰਕਿੰਗ ਕਿਹੜੀ ਹੁੰਦੀ ਹੈ ਜੀ? ਨੈਚੁਰਲ ਜੀ ਗੱਲ ਦੇਖਣ ਤੋਂ ਪਤਾ ਲੱਗ ਰਿਹਾ ਕਿ ਆਪਣੀ ਸੋਚਣ ਸ਼ਕਤੀ। ਕ੍ਰਿਟੀਕਲ ਸਕਿੱਲਸ ਕਿਹੜੀਆਂ ਹੁੰਦੀਆਂ? ਫੈਸਲਾ ਲੈਣ ਦੀ ਪਾਵਰ, ਡਿਸੀਜਨ ਮੇਕਿੰਗ ਪਾਵਰ, ਅੱਗੇ ਪਤਾ ਜੀ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨ ਦੀ ਪਾਵਰ, ਇੱਕ ਕਨਕਲੂਜਨ ਤੇ ਪਹੁੰਚਣ ਦੀ ਅਬਿਲਿਟੀ। ਇੰਨਾ ਕੁਝ ਦੱਸਤਾ ਮੈਂ ਤੁਹਾਨੂੰ, ਇਹਨਾਂ ਦੇ ਵਿੱਚੋਂ ਕੋਈ ਵੀ ਚੀਜ਼ ਮੈਨੂਪਲੇਟ ਕਰਕੇ ਪਾ ਸਕਦੇ ਜੀ ਜੇ ਉਹਨਾਂ ਨੇ ਕ੍ਰਿਟੀਕਲ ਸਕਿੱਲ ਨਾ ਵੀ ਲਿਖਣੀਆਂ ਹੋਈਆਂ।
ਕ੍ਰਿਟੀਕਲ ਸਕਿੱਲਸ ਹੁੰਦੀਆਂ ਇੱਕ ਡਿਸੀਜਨ ਤੇ ਪਹੁੰਚਣ ਦੀ ਪਾਵਰ ਨੂੰ ਕਹਿ ਦਿੰਦੇ ਆ। ਕਿਸੇ ਚੀਜ਼ ਨੂੰ ਐਨਾਲਾਈਜ਼ ਕਰਨਾ ਚੰਗੀ ਤਰ੍ਹਾਂ, ਫਿਰ ਇੱਕ ਨਤੀਜੇ ਤੇ ਪਹੁੰਚਣਾ, ਉਹ ਆਪਣੀ ਕ੍ਰਿਟੀਕਲ ਸਕਿੱਲ ਹੁੰਦੀ ਆ। ਹਰ ਪਰਸਨ ਦੇ ਕੋਲੇ ਹੁੰਦੀ ਆ ਕ੍ਰਿਟੀਕਲ ਸਕਿੱਲ, ਕਿਸੇ ਕੋਲੇ ਮਾੜੀ ਹੁੰਦੀ ਹੈ, ਕਿਸੇ ਕੋਲ ਚੰਗੀ ਹੁੰਦੀ ਆ। ਕ੍ਰਿਟੀਕਲ ਸਕਿੱਲ ਕਿਹਦੀ ਮਾੜੀ ਹੁੰਦੀ ਆ? ਜਿਹੜਾ ਬੰਦਾ ਕਿਸੇ ਫੈਸਲੇ ਤੇ ਹੀ ਨਾ ਪਹੁੰਚ ਪਾਵੇ, ਚੀਜ਼ਾਂ ਨੂੰ ਓਬਜ਼ਰਵ ਕਰਨ ਤੋਂ ਬਾਅਦ ਚੋਂ ਜਿਹੜਾ ਇੱਕ ਡਿਸੀਜਨ ਨਾ ਲੈ ਸਕਦਾ ਹੋਵੇ, ਜਿਹੜਾ ਕਨਫਿਊਜ਼ ਰਹਿੰਦਾ ਹੋਵੇ ਮੈਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਸਮਝ ਲਓ ਉਹਦੀ ਕ੍ਰਿਟੀਕਲ ਸਕਿੱਲ ਹੈ ਨਹੀਂ ਉਹਦੇ ਵਿੱਚ। ਕਿਉਂਕਿ ਉਹਨਾਂ ਦਾ ਕੋਈ ਪਤਾ ਨਹੀਂ ਚੱਕ ਕੇ ਐਵੇਂ ਕ੍ਰਿਟੀਕਲ ਸਕਿੱਲ ਦੀ ਟਾਸਕ ਟੂ ਪਾ ਦੇਣ, ਉਹਨੂੰ ਤਾਂ ਕੁਝ ਵੀ ਹੋ ਸਕਦਾ ਜੀ। ਜੇ ਪੋਸੀਬਿਲਿਟੀ ਸੋਚਣੀ ਆ ਫਿਰ ਤਾਂ ਕੁਝ ਵੀ ਹੋ ਸਕਦਾ। ਪਰ ਇਹ ਵਰਡ ਦਾ ਮੀਨਿੰਗ ਮੈਂ ਤੁਹਾਨੂੰ ਦੱਸਤਾ, ਅੱਜ ਤੋਂ ਬਾਅਦ ਚੋਂ ਇਹਦੇ ਨਾਲ ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿ ਸਰ ਕ੍ਰਿਟੀਕਲ ਸਕਿੱਲਸ ਕੀ ਹੁੰਦੀਆਂ। ਤਾਂ ਜੇ ਉਹਨਾਂ ਨੇ ਤੁਹਾਨੂੰ ਕਹਿਤਾ ਕਿ ਜ਼ਿਆਦਾ ਤੋਂ ਜ਼ਿਆਦਾ ਲੋਕੀ ਅੱਜ ਇੰਟਰਨੈਟ ਨੂੰ ਯੂਜ਼ ਕਰਦੇ ਆ, ਤੇ ਇਹ ਬਟ ਜਿਹੜੀ ਇਹ ਕਨਸਟੈਂਟ ਅਵੇਲੇਬਿਲਿਟੀ ਹੈ ਨਾ ਆਪਾਂ ਨੂੰ ਕੋਈ ਵੀ ਇਨਫੋਰਮੇਸ਼ਨ ਤੁਸੀਂ ਕਹੋਗੇ ਸਰ ਕਿਹੜੀ ਜੀ ਇਨਫੋਰਮੇਸ਼ਨ? ਕੋਈ ਵੀ ਐਨੀਥਿੰਗ, ਵੈਬਸਾਈਟ ਹੋ ਗਏ, ਚੈਨਲ ਹੋ ਗਏ, ਕਿਸੇ ਵੀ ਚੀਜ਼ ਦੇ ਰਿਲੇਟਡ, ਹੈਲਥ ਦੇ ਰਿਲੇਟਡ ਕਿੰਨੇ ਹਜ਼ਾਰਾਂ ਵੈਬਸਾਈਟਾਂ, ਹਜ਼ਾਰਾਂ ਚੈਨਲ, ਨਵੇਂ ਵਲੌਗ ਆ ਜਾਂਦੇ, ਨਵੇਂ ਉਹ ਡਾਕਟਰ, ਇੰਨੇ ਡਾਕਟਰ, 10,000 ਚੈਨਲ, 20,000 ਚੈਨਲ, ਐਡ ਹੁੰਦੀਆਂ, ਜਿੰਨੀਆਂ ਵੀ ਚੀਜ਼ਾਂ। ਤਾਂ ਇਹ ਆਪਣੀ ਮੈਮਰੀ ਨੂੰ ਤੇ ਆਪਣੀ ਕ੍ਰਿਟੀਕਲ ਥਿੰਕਿੰਗ ਨੂੰ, ਮੈਂ ਸਿਰਫ ਹੈਲਥ ਦਾ ਕਿਹਾ ਸੀ, ਕੋਈ ਵੀ ਚੀਜ਼ ਹੋ ਸਕਦੀ ਹੈਲਥ ਦੀ ਜਗ੍ਹਾ ਤੇ ਜੀ। ਓਕੇ ਜੀ, ਤਾਂ ਤੁਸੀਂ ਇੱਕ ਵਾਰੀ ਹੁਣ ਫਾਈਨਲੀ ਪੜ੍ਹੋ ਜੀ ਇਹਨੂੰ। ਇੰਟਰਨੈਟ ਤੱਕ ਲੋਕੀ ਰੀਚ ਕਰਦੇ ਆ, ਬਟ ਜਿਹੜੀ ਇਹ ਕਨਸਟੈਂਟ ਇਨਫੋਰਮੇਸ਼ਨ ਹੈਗੀ ਹੈ ਜੀ, ਉਹ ਭੈੜਾ ਬਣਾ ਦਿੰਦੀ ਹੈ, ਬੱਤਰ ਕਰ ਦਿੰਦੀ ਹੈ, ਹਾਰਮਫੁਲ ਹੈ ਜੀ ਲੋਕਾਂ ਦੀ ਮੈਮਰੀ ਦੇ ਲਈ ਤੇ ਆਪਣੀਆਂ ਕ੍ਰਿਟੀਕਲ ਸਕਿੱਲਸ ਦੇ ਲਈ। ਤੁਸੀਂ ਕਿਸ ਹੱਦ ਤੱਕ ਐਗਰੀ ਹੋ ਜਾਂ ਡਿਸਐਗਰੀ ਹੋ? ਅੱਛਾ, ਇਹਦੇ ਵਿੱਚ ਦੋ ਚੀਜ਼ਾਂ ਦੱਸੀਆਂ ਜੀ। ਇਹਦੇ ਵਿੱਚ ਜੋ ਇਹਦਾ ਰਾਈਟਰ ਆ ਸਟੇਟਮੈਂਟ ਦਾ, ਉਹਨੇ ਪੀਪਲ ਦੀ ਮੈਮਰੀ ਤੇ ਪੀਪਲ ਦੀਆਂ ਕ੍ਰਿਟੀਕਲ ਥਿੰਕਿੰਗ ਸਕਿੱਲਸ, ਦੋ ਚੀਜ਼ਾਂ ਨੂੰ ਟਾਰਗੇਟ ਕੀਤਾ। ਇਹਦਾ ਮਤਲਬ ਜੀ ਜੇ ਮੈਂ ਐਗਰੀ ਹੋਊਂਗਾ ਤਾਂ ਇੱਕ ਚੀਜ਼ ਨਾਲ ਥੋੜੀ ਹੋਊਂਗਾ, ਇਹਨਾਂ ਦੋਨਾਂ ਚੀਜ਼ਾਂ ਨਾਲ ਹੀ ਹੋਊਂਗਾ ਜੀ। ਕਿ ਜੀ ਮੈਂ ਐਗਰੀ ਆ ਕਿ ਮੈਮਰੀ ਵੀ ਵੀਕ ਕਰਦੀਆਂ ਏ ਤੇ ਜੀ ਕ੍ਰਿਟੀਕਲ ਥਿੰਕਿੰਗ ਸਕਿੱਲ ਵੀ ਵਾਰਸਨ ਹੁੰਦੀਆਂ ਦੋਨੇ। ਤੇ ਇਹਦੇ ਵਿੱਚ ਜਿਹੜੀ ਬੀਪੀ ਦੀ ਡਿਜ਼ਾਈਨਿੰਗ ਹੁੰਦੀ ਆ, ਆਪਣੇ ਸਾਰੇ ਐਸੇ ਦੀ ਡਿਜ਼ਾਈਨਿੰਗ ਹੁੰਦੀ ਆ, ਇਹ ਤਾਂ ਸਟੇਟਮੈਂਟ ਖੁਦ ਹੀ ਕਹਿ ਦਿੰਦੀ ਹੁੰਦੀ ਹੈ ਕਿ ਮੈਨੂੰ ਡਿਜ਼ਾਈਨ ਕਿਵੇਂ ਕਰਨਾ ਵਾ। ਤੁਸੀਂ ਵੈਰੀ ਸਿੰਪਲ ਆ ਜੀ, ਇੰਟਰੋ ਹੋ ਗਈ ਜੀ ਮੇਰੀ। ਮੇਰਾ BP1 ਕਾਹਦੇ ਤੇ ਜੀ? ਪੀਪਰਸ ਮੈਮਰੀ। BP2 ਕਾਹਦੇ ਤੇ ਜੀ? ਹਾਂਜੀ, ਕ੍ਰਿਟੀਕਲ ਸਕਿੱਲਸ। ਲਾਸਟ ਉੱਪਰ ਕੀ ਜੀ? ਕਨਕਲੂਜਨ। ਹੁਣ ਸਾਰੇ 2 BP ਬਣਾ ਸਕਦੇ ਸੀ, 4 ਬਣਾ ਦੇ, ਬਣਾਉਣ ਨੂੰ ਭਾਵੇਂ ਤੁਸੀਂ ਤੇ 6 BP ਬਣਾਓ, ਬਟ ਤੁਹਾਡੇ ਕੋਲ ਇੱਕ ਰੀਜ਼ਨ ਹੋਵੇ ਕਿ ਮੈਂ 6 BP ਕਿਉਂ ਬਣਾਉਣ ਦੀ ਲੋੜ ਪੈ ਗਈ ਮੈਨੂੰ। ਜੇ ਤੁਹਾਡੇ ਕੋਲ ਇੱਕ ਰੀਜ਼ਨ ਆ, ਮੇਰੇ ਕੋਲੇ ਆਹ ਚੀਜ਼ ਨੂੰ ਫੋਲੋ ਕਰਨ ਦਾ ਇੱਕ ਰੀਜ਼ਨ ਹੈ, ਕਿਉਂਕਿ BP1 ਦੇ ਵਿੱਚ ਮੈਂ ਪ੍ਰੂਵ ਕਰੂੰਗਾ ਲੋਕਾਂ ਦੀ ਮੈਮਰੀ ਕਿਵੇਂ ਵਾਰਸ ਹੁੰਦੀ ਆ, ਤੇ BP2 ਚ ਮੈਂ ਪ੍ਰੂਵ ਕਰ ਦੂੰਗਾ ਲੋਕਾਂ ਦੀ ਕ੍ਰਿਟੀਕਲ ਸਕਿੱਲ ਕਿਵੇਂ ਵਾਰਸ ਹੁੰਦੀ ਆ, ਤਾਂ ਕਿ ਪੜ੍ਹਨ ਵਾਲੇ ਬੰਦੇ ਨੂੰ ਵੀ ਪਤਾ ਲੱਗੇ ਵੀ 50% ਇਹਦਾ ਜਿਹੜਾ ਇਨਫੋਰਮੇਸ਼ਨ ਇਹਨੇ ਕਵਰ ਕਰਤੀ ਤੇ 50% ਹੁਣ ਬਾਕੀ ਆ। BP1 ਵੀ 50% ਸਮਝ ਲਓ, BP2 ਵੀ 50% ਆ। ਠੀਕ ਹੈ ਜੀ। 3 BP ਬਣਾ ਕੇ ਕੀ ਸਰ ਅਸੀਂ ਪੀਪਲ ਦੀ ਮੈਮਰੀ ਨੂੰ ਦੋਵਾਂ ਦੇ ਵਿੱਚ ਲਿਖ ਦਈਏ, ਉਹਨੂੰ ਇੱਕ ਦੇ ਵਿੱਚ ਲਿਖ ਦਈਏ, ਉਹਦਾ ਜੇ ਤੁਹਾਡੇ ਕੋਲ ਇੱਕ ਵੈਲਿਡ ਰੀਜ਼ਨ ਆ ਤੁਸੀਂ ਲਿਖ ਸਕਦੇ ਹੋ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਐਗਜ਼ਾਮੀਨਰ ਇਦਾਂ ਥੋੜੀ ਸੋਚੂਗਾ ਵੀ ਇਹਨੇ ਮੈਮਰੀ ਤੇ ਲਿਖ ਤੇ 2 ਪੈਰੇ ਇਹ ਤੇ ਲਿਖ, ਇਹ ਚੀਜ਼ ਨਾਲ ਉਹਨੂੰ ਲੈਣਾ ਦੇਣਾ ਨਹੀਂ। ਉਹਨੇ ਇਹ ਲੱਭਣਾ ਵੀ ਕੀ ਇਹਨੇ ਕ੍ਰਿਟੀਕਲ ਥਿੰਕਿੰਗ ਪ੍ਰੂਵ ਕੀਤੀ ਆ। ਤੁਸੀਂ ਕਾਲੀ ਵਿੱਚ ਕੱਲੀ ਮੈਮਰੀ ਤੇ ਸਾਰਾ ਐਸੇ ਪਾਇਆ ਹੋ ਤਾਂ ਤੁਹਾਡੇ ਟਾਸਕ ਰਿਸਪੌਂਸ ਤੋਂ ਬਾਅਦ ਚੋਂ ਬੈਂਡ ਕੱਟੇ ਹਨ। BP ਭਾਵੇਂ 4 ਬਣਾਓ, ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ। ਮੈਂ 2 ਬਣਾਉਣ ਦਾ ਤੁਹਾਨੂੰ ਰੀਜ਼ਨ ਦੱਸਤਾ ਕਿ ਜੇ ਮੈਂ 2 ਬਣਾ ਕੇ ਸਾਰ ਸਕਦਾ ਵਾਂ, ਸਿਰਫ 250+ ਵਰਡ ਲਿਖਣੇ ਆ ਮੈਂ, ਤਾਂ ਮੈਨੂੰ ਕੋਈ 4ਾਂ ਦੇ ਵਿੱਚ ਚੱਕਰ ਚ ਪੈਣ ਦੀ ਲੋੜ ਹੀ ਨਹੀਂ ਜੀ। ਆਹ ਤੁਹਾਡਾ BP1 ਆ, ਤੁਹਾਡਾ BP2 ਆ, ਵੈਰੀ ਸਿੰਪਲ। ਹੁਣ ਸੋਚ ਕੇ ਦੇਖੋ ਕਿ ਐਗਰੀ ਹੋਣ ਚ ਫਾਇਦਾ ਕਿ ਡਿਸਐਗਰੀ ਹੋਣ ਚ ਫਾਇਦਾ ਜਾਂ ਪਾਰਸ਼ਲੀ ਹੋਣ ਚ ਫਾਇਦਾ ਵਾ ਜੀ। ਕਈ ਬੱਚੇ ਪਾਰਸ਼ਲੀ ਨੂੰ ਸਪੋਰਟ ਕਰਨਗੇ, ਪਾਰਸ਼ਲੀ ਦੇ ਵਿੱਚ ਤੁਹਾਨੂੰ ਦੇਖਣਾ ਪੈਣਾ ਵਾ ਜੀ। ਇਦਾਂ ਦੇ ਐਸੇ ਮੇਰੇ ਹਿਸਾਬ ਨਾਲ ਪਾਰਸ਼ਲੀ ਵਿੱਚ ਤਾਂ ਉਦੋਂ ਜ਼ਿਆਦਾ ਥੋੜੇ ਜਿਹੇ ਵਿਗੜ ਜਾਂਦੇ ਹੁੰਦੇ ਆ। ਬਾਕੀ ਇਹ ਡਿਪੈਂਡ ਕਰਦਾ ਵਾ, ਫਾਈਨਲ ਦੇ ਵਿੱਚ ਜਿਹੜੀ ਚੀਜ਼ ਹੋਈ ਉਹ ਤੁਹਾਨੂੰ ਖੜੇ ਪੈ ਡਿਸਾਈਡ ਕਰਨਾ ਪੈਣਾ ਵਾ। ਪਰ ਹਮੇਸ਼ਾ ਇੱਕ ਚੀਜ਼ ਯਾਦ ਰੱਖਿਓ
हमेशा ही कोई भी टास्क 2 च वैसे ही ना कह दो मैं पार्शल ही हाँ, भी जेड़ा भी टास्क तुहाडे सामने आया मैं पार्शल ही। कई बच्चों की एक जानी कि टेंडेंसी बन जाती है, कई बच्चों की टेंडेंसी बन जाती है, उस स्टेटमेंट नू पढ़न तो पहले ही एक चीज डिसाइड करी बैठे होंगे, वो कंक्रीट बनी होंगी उन्होंने अंदर चीज। जिवें कई बच्चों जो कह दिए भी तुसीं एग्री हो कि डिसएग्री हो, कई बच्चे हमेशा होंगे ही एग्री आ। ये पता नहीं भी ये टेंडेंसी का तो डेवलप की एक बच्चे ने, ਉਹਨਾਂ ਜਿਹੜੀ ਵੇਟੇਜ ਉਹਦੇ ਬ੍ਰੇਨ ਦੀ ਉਹ ਜਾਣੀ ਹੋਈ ਐਗਰੀ, ਉਹ ਹਰ ਇੱਕ ਚੀਜ਼ ਨੂੰ ਜਾਨੀ ਕਿ ਮੰਨਣਾ ਹੀ ਪਸੰਦ ਕਰਦਾ ਵਾ। ਏਦਾਂ ਉਹਨੇ ਕਦੇ ਸੋਚ ਕੇ ਹੀ ਨਹੀਂ ਵੇਖਿਆ ਵੀ ਮੈਂ ਅੱਜ ਡਿਸਐਗਰੀ ਹੋ ਜਾਵਾਂ, ਵੀ ਮੈਨੂੰ ਕਿਹੜਾ ਕੁਝ ਹੋ ਜਾਣਾ ਜੇ ਮੈਂ ਡਿਸਐਗਰੀ ਹੋ ਜਾਊਂਗਾ। ਇਹ ਟੈਂਡੈਂਸੀ ਬਣੀ ਆ ਬੱਚਿਆਂ ਦੀ। ਤੁਹਾਡੇ ਵਿੱਚ ਕੋਈ ਇਹਦੀ ਟੈਂਡੈਂਸੀ ਬਣੀ ਹੋ ਕਿ ਸਰ ਮੈਂ ਪਾਰਸ਼ੀਅਲ ਹੀ ਹੋ ਜਾ, ਇਹ ਤੁਸੀਂ ਏਦਾਂ ਨਹੀਂ ਸੋਚ ਰਹੇ ਕਿ ਜੀ ਮੇਰੇ ਕੋਲੇ ਜਾਂ ਪੁਆਇੰਟ ਜਾਏ, ਇਹ ਪਾਰਸ਼ੀਅਲੀ ਦੀ ਤੁਹਾਡੀ ਟੈਂਡੈਂਸੀ ਬਣੀ ਹੋਈ ਆ। ਨਾ ਚਾਹੁੰਦੇ ਹੋਏ ਵੀ ਪਾਰਸ਼ੀਅਲੀ ਵਰਡ ਵੈਸੇ ਤੁਹਾਡੇ ਬ੍ਰੇਨ ਚੋਂ ਨਿਕਲ ਜਾਂਦਾ, ਸਟੇਟਮੈਂਟ ਭਾਵੇਂ ਜਿਹੜੀ ਮਰਜ਼ੀ ਹੋ। ਤਾਂ ਇਹਦੀ ਆਹ ਵਾਲੀ ਚੀਜ਼ ਨੂੰ ਵੀ ਤੋੜੋ ਮਾੜਾ ਜਿਹਾ। ਫਾਈਨਲ ਦੇ ਵਿੱਚ ਕੋਈ ਪਤਾ ਨਹੀਂਗਾ ਕਿ ਐਗਰੀ ਚ ਤੁਹਾਡੇ ਕੋਲੇ ਕੋਈ ਪੁਆਇੰਟ ਨਾ ਹੋਵੇ ਤੇ ਡਿਸਐਗਰੀ ਵਿੱਚ ਲੈਣ ਲੱਗ ਜੇ ਪੁਆਇੰਟਸ ਦੀ, ਉੱਥੇ ਤੁਸੀਂ ਐਗਰੀ ਹੋ ਕੇ ਹੁਣ ਕੀ ਕਰੋਗੇ, ਬੈਂਡ ਥੋੜੀ ਕਟਾਉਂਗੇ ਆਪਦੇ, ਉੱਥੇ ਤੁਹਾਨੂੰ ਡਿਸਐਗਰੀ ਹੋਣਾ ਪੈਣਾ। ਠੀਕ ਹੈ ਨਾ ਜੀ। ਤਾਂ ਕਰਕੇ ਇਹਨੂੰ ਇੱਕ ਵਾਰੀ ਦੇਖੋ ਜੀ, ਤੁਹਾਡੇ ਕੋਲ 3 ਤੋਂ 4 ਮਿੰਟ ਦਾ ਸਮਾਂ ਵਾ, ਫਿਰ ਆਪਾਂ ਦੇਖਦੇ ਹਾਂ ਵੀ ਤੁਹਾਨੂੰ ਪੁਆਇੰਟਸ ਮਾਈਂਡ ਚ ਆਏ ਅੱਜ ਐਸੇ ਦੇ। ਇਹਦੇ ਵਿੱਚ ਇੱਕ ਗੱਲ ਹੋਰ ਹਮੇਸ਼ਾ ਯਾਦ ਰੱਖਿਓ ਜੀ, ਇਦਾਂ ਦੇ ਐਸੇ ਦੇ ਵਿੱਚ ਜਿਹਦੇ ਵਿੱਚ ਖੁਦ ਤੁਹਾਨੂੰ ਸਟੇਟਮੈਂਟ ਨਹੀਂ ਪੁਆਇੰਟ ਦਿੱਤੇ ਹੁੰਦੇ ਆ ਵਾਲੀ, ਇਹਨਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਆਪਣੇ ਕੋਲੇ ਫਰਦਰ ਪੁਆਇੰਟ ਵੀ ਹੁੰਦੇ, ਆਪਣੇ ਕੋਲ ਤਾਂ ਜਸਟ ਐਵੀਡੈਂਸ ਜਿਹੀ ਚੱਕਣੇ ਪੈਂਦੇ ਹੁੰਦੇ। ਜਿਵੇਂ ਆਪਾਂ ਗੱਲਾਂ ਨਹੀਂ ਸੁਣਾਈ ਜਾਂਦੇ ਹੁੰਦੇ ਕਿਸੇ ਨੂੰ, ਬਸ ਉਹ ਗੱਲਾਂ ਕੋਹਰੈਂਸ ਵਿੱਚ ਹੋਣੀਆਂ ਚਾਹੀਦੀਆਂ, ਇੱਕ ਦੂਸਰੇ ਨਾਲ ਮੇਲ ਮਿਲਾਪ ਹੋਵੇ ਉਹ ਚੀਜ਼ ਦਾ। ਇਹਦੇ ਵਿੱਚ ਕੋਈ ਤੁਸੀਂ ਕਹੋਗੇ ਸਰ ਆਹ 2 ਪਾਰਟੀਕੂਲਰ ਪੁਆਇੰਟ ਇਹਦੇ ਜੀ, ਆਹ 2 ਪਾਰਟੀਕੂਲਰ ਪੁਆਇੰਟ ਆ 3 ਇਹਦੇ ਜੀ, ਇਦਾਂ ਕਈ ਵਾਰੀ ਡਿਪੈਂਡ ਕਰ ਜਾਂਦਾ ਕਿ ਲੈਣ ਵਾਈਜ਼ ਦੇ ਵਿੱਚ ਐ ਪੁਆਇੰਟ ਨਾ ਹੋ ਕੇ ਤੁਹਾਨੂੰ ਕਈ ਵਾਰੀ ਥਿਊਰੀਆਂ ਐਵੀਡੈਂਸ ਵਗੈਰਾ ਦੇ ਕੇ ਉਹ ਚੀਜ਼ ਨੂੰ ਤੁਸੀਂ ਦੇਖੋ ਕਿ ਤੁਸੀਂ BP1 ਚ ਬਸ ਪ੍ਰੂਵ ਕਰਨਾ ਵਾ ਜੀ, ਬਸ ਇਹ ਚੀਜ਼ ਸੋਚ ਕੇ ਜਾਨੀ ਕਿ ਚੱਲਣਾ ਹੁੰਦਾ। ਜਦੋਂ ਏਦਾਂ ਦਾ ਕੋਈ ਐਸੇ ਆਉਂਦਾ ਹੁੰਦਾ, ਕਿਉਂ ਬਾਹਰ ਆ ਕੇ ਬੱਚੇ ਕਹਿੰਦੇ ਹੁੰਦੇ ਕਿ ਸਾਨੂੰ ਕੋਈ ਪੁਆਇੰਟ ਹੀ ਨਹੀਂ ਆਇਆ ਵੀ ਜੋ ਮਾਈਂਡ ਚ ਲਿਖੀ ਗਏ। ਐਕਚੁਅਲ ਦੇ ਵਿੱਚ ਉਹ ਐਸਿਆਂ ਦੇ ਵਿੱਚ ਪੁਆਇੰਟਸ ਦੀ ਕੋਈ ਚੀਜ਼ ਨਹੀਂ ਹੁੰਦੀ, ਉਹ ਵਾਲੀ ਉਹਦੇ ਵਿੱਚ ਕੋਈ ਟੌਪਿਕ ਸੈਂਟੈਂਸ ਵਾਲੇ ਪੁਆਇੰਟ ਹੁੰਦੇ ਹੀ ਨਹੀਂਗੇ। ਜਿਵੇਂ ਮੈਂ ਤੁਹਾਨੂੰ ਬੋਲਾਂ ਕਿ ਹੈਲਥ ਕਿਉਂ ਖਰਾਬ ਹੋਈ ਜਾਂਦੀ ਹੈ, ਤੁਹਾਡੇ ਕੋਲ ਇੱਕ ਸਰਟਨ ਪੁਆਇੰਟ ਆ ਹੁੰਦਾ, ਤੁਸੀਂ ਕਹੋਗੇ ਕਿ ਸਰ ਐਕਸਰਸਾਈਜ਼, ਲੈਕ ਆਫ ਐਕਸਰਸਾਈਜ਼, ਫਾਸਟ ਫੂਡ ਕੰਜ਼ੰਪਸ਼ਨ, ਠੀਕ ਹੈ ਜੀ, ਸਿਟਿੰਗ ਜੌਬਸ, ਠੀਕ ਹੈ ਜੀ, ਹੋਰ ਚਾਰ ਤੁਹਾਡੇ ਕੋਲੇ ਕੰਕਰੀਟ ਪੁਆਇੰਟ ਚੱਲੀ ਜਾਂਦੇ, ਟੌਪਿਕ ਸੈਂਟੈਂਸ। ਪਰ ਜਦੋਂ ਕੋਈ ਇਦਾਂ ਦਾ ਐਸੇ ਹੁੰਦਾ ਉਹਦੇ ਵਿੱਚ ਕੋਈ ਕਈ ਵਾਰੀ ਕੰਕਰੀਟ ਨਾ ਹੋ ਕੇ ਥੋੜੀ ਜਿਹੀ ਥਿਊਰੀ ਵੱਲ ਜਾਣਾ ਪੈਂਦਾ। ਹਾਂਜੀ।
ਅਨਮਿਊਟ ਕਰਨ ਲੱਗਿਆ ਜੀ ਮੈਂ ਤੁਹਾਨੂੰ, ਤਾਂ ਤੁਸੀਂ ਮੈਨੂੰ ਦੱਸ ਦਿਓ ਯੈਸ ਔਰ ਨੋ ਕਿ ਤੁਸੀਂ ਪੁਆਇੰਟ ਸੋਚ ਲਏ ਜੀ ਸਾਰਿਆਂ ਨੇ। ਹਾਂਜੀ ਜੀ ਹਾਂਜੀ ਸਰ ਜੀ। ਹਾਂਜੀ ਜੀ ਸਾਰਿਆਂ ਨੇ ਥੋੜਾ ਜਿਹਾ ਕਨਫਿਊਜ਼ਿੰਗ ਜੇ ਹੋ ਕੇ ਪੁਆਇੰਟ ਆਏ ਹੋਣਗੇ, ਸਮਝ ਲਓ ਨਾ ਮੇਰੀ ਗੱਲ ਥੋੜਾ ਥੋੜਾ ਜਿਹਾ। ਜਿਹਾ। ਮੈਮਰੀ ਓਕੇ ਮੈਮਰੀ ਕਨਸਟੈਂਟ ਦੇਗਾ ਮਤਲਬ ਆਪਣਾ ਇਨਫੋਰਮੇਸ਼ਨ ਹਾਂਜੀ ਜੇ ਆਪਾਂ ਕਹਦੇ ਵੀ ਮੈਮਰੀ, ਜੇ ਆਪਾਂ ਕਹਦੇ ਵੀ ਜਾਨੀ ਕਿ ਮੈਮਰੀ ਲਾਸ ਹੁੰਦੀ ਆ, ਹਾਂਜੀ ਜੀ ਮੈਂ ਇਹ ਗੱਲ ਮੰਨਦਾ ਕਿ ਮੈਮਰੀ ਲਾਸ ਹੁੰਦੀ ਆ ਨਾ, ਤਾਂ ਬਈ ਕਿਵੇਂ ਇਹ ਚੀਜ਼ ਨੂੰ ਕਿਵੇਂ ਪ੍ਰੂਵ ਕਰੀਏ, ਵੀ ਕਿਵੇਂ ਆਪਾਂ ਨੂੰ ਕਿਉਂ ਲੱਗਿਆ ਵੀ ਮੈਮਰੀ ਲਾਸ ਹੁੰਦੀ ਹੈ? ਕਿਸੇ ਵੀ ਇਨਫੋਰਮੇਸ਼ਨ ਨੂੰ, ਕਿਸੇ ਵੀ ਟੌਪਿਕ ਮਾਰ ਲਓ, ਫਾਰ ਐਗਜ਼ਾਮਪਲ ਆਪਾਂ ਕੋਈ ਮੈਡੀਸਨ ਨੂੰ ਸਰਚ ਆਊਟ ਕਰ ਰਹੇ ਹਾਂ, ਉਹਦੇ ਅਕੋਰਡਿੰਗ ਬਹੁਤ ਕਈ ਚੈਨਲ ਹੋਣਗੇ ਜਿਨ੍ਹਾਂ ਨੇ ਉਹੀ ਇਨਫੋਰਮੇਸ਼ਨ ਅਲੱਗ-ਅਲੱਗ ਢੰਗ ਨਾਲ ਦਿੱਤਾ ਹੋਏਗਾ, ਤੇ ਜਿਹੜੇ ਪਰਸਨ ਹੈਗੇ ਨੇ ਉਹਨੂੰ ਕੀ ਕਹਿੰਦੇ ਨੇ ਡਿਲੇਮਾ ਚੱਲ ਜਾਣਗੇ, ਕਨਫਿਊਜ਼ਨ ਹੋਏਗਾ ਕਿ ਕਿਹੜੀ ਨੂੰ ਆਪਾਂ ਫਾਲੋ ਕਰੀਏ ਕਿਹੜੀ ਨੂੰ ਨਾ ਕਰੀਏ। ਉਹ ਕਨਸਟੈਂਟ ਨੂੰ ਉਹਨੂੰ ਸਰਚ ਕਰਦੇ ਉਹਦਾ ਕਨਸਟੈਂਟ ਨੂੰ ਸਿਟਿੰਗ ਹੋਏਗੀ ਉਹਦੀ ਸਕਰੀਨ ਡਿਵਾਈਸਸ ਤੇ, ਜਿਹਦੇ ਕਰਕੇ ਕਿ ਉਹਨਾਂ ਦੀ ਮੈਮਰੀ ਤੇ ਆਟੋਮੈਟਿਕਲੀ ਬ੍ਰੇਨ ਤੇ ਉਹਨਾਂ ਦਾ ਅਸਰ ਪਵੇਗਾ, ਜਿਹਦੇ ਕਰਕੇ ਕੋਈ ਚੀਜ਼ਾਂ ਮਿਸ ਕਰਨਗੇ ਜਾਂ ਉਹਨਾਂ ਨੂੰ ਰਿਕਾਲ ਕਰਨ 'ਚ ਪਰੇਸ਼ਾਨੀ ਆਏਗੀ, ਦਿੱਕਤ ਆਏਗੀ। ਹਾਂਜੀ ਸਮਝ ਗਿਆ ਤੁਹਾਡੀ ਗੱਲ। ਅੱਛਾ ਕੀ ਕਹਿ ਰਹੇ ਧਿਆਨ ਨਾਲ ਦੇਖਿਓ ਜੀ, ਆਪਾਂ ਕਹਿ ਰਹੇ ਵੀ ਉਹਨਾਂ ਨੇ ਆਪਾਂ ਨੂੰ ਸਟਾਰਟਿੰਗ ਦੇ ਵਿੱਚ ਏਦਾਂ ਚੀਜ਼ ਹੀ ਕਹੀ ਸੀਗੀ ਜੀ ਕਿ ਜਿਹੜੀ ਅੱਜ ਦੇ ਸਮੇਂ 'ਚ ਆਪਾਂ ਇੰਟਰਨੈਟ ਤੱਕ ਪਹੁੰਚ ਆਪਣੀ ਸਾਰਿਆਂ ਦੀ, ਇਹ ਚੀਜ਼ ਕਰਕੇ ਕਹਿੰਦੇ ਲੋਕਾਂ ਦੀ ਮੈਮਰੀ ਵੀ ਜਾਣੀ ਕਿ ਵਾਰਸ ਹੋਣ ਲੱਗ ਗਈ, ਯਾਦਾਸ਼ਤ ਕਹਿ ਰਹੇ ਆ ਮੈਮਰੀ ਦਾ ਮਤਲਬ ਜੀ, ਤੇ ਦੂਸਰੇ ਪਾਸੇ ਉਹ ਆਪਾਂ ਨੂੰ ਕਹਿ ਰਹੇ ਆ ਕਿ ਇਹਦੇ ਨਾਲ ਆਪਣੀਆਂ ਜੋ ਕ੍ਰਿਟੀਕਲ ਥਿੰਕਿੰਗ ਸਕਿੱਲ ਹੁੰਦੀਆਂ ਉਹ ਵੀ ਆਪਣੀਆਂ ਖਰਾਬ ਹੋ ਜਾਂਦੀਆਂ। ਸੋ ਧਿਆਨ ਨਾਲ ਦੇਖਿਓ ਜੀ, ਜੇ ਆਪਾਂ ਪਹਿਲਾਂ ਕ੍ਰਿਟੀਕਲ ਸਕਿੱਲ ਦੇ ਬਾਰੇ ਗੱਲ ਕਰ ਲਈ, ਜੇ ਆਪਾਂ ਮੈਮਰੀ ਤੇ ਬਾਈ ਚਾਂਸ ਬਾਅਦ ਚੋਂ ਵੀ ਮੁੜ ਕੇ ਆਉਣਾ ਹੋਵੇ, ਪਹਿਲਾਂ ਜੇ ਆਪਾਂ ਕ੍ਰਿਟੀਕਲ ਸਕਿੱਲ ਦੀ ਗੱਲ ਕਰ ਲਈਏ ਤਾਂ ਦੇਖੋ ਆਪਣੇ ਫੈਸਲਾ ਲੈਣ ਦੀ ਸ਼ਮਤਾ ਜਿਹੜੀ ਹੁੰਦੀ ਆ, ਕ੍ਰਿਟੀਕਲ ਸੋਚਣ ਦੀ, ਕਿਸੇ ਚੀਜ਼ ਨੂੰ ਸਮਝਣ ਦੀ, ਇਹ ਸ਼ਮਤਾ ਜਿਹੜੀ ਹੈਗੀ ਆ, ਇਹ ਅੱਗੇ ਨਾਲੋਂ ਵਾਰਸ ਕਿਵੇਂ ਹੋ ਜਾਂਦੀ ਹੈ ਜੀ? ਤਾਂ ਧਿਆਨ ਨਾਲ ਦੇਖਿਓ ਜੀ, ਦੇਖੋ ਉਹ ਕਹਿਣਾ ਚਾਹੁੰਦੇ ਵੀ ਇੰਟਰਨੈਟ ਦੇ ਟੱਚ ਵਿੱਚ ਜਦੋਂ ਦਾ ਇੱਕ ਬੰਦਾ ਆਇਆ ਵਾ, ਉਹਦੀ ਕ੍ਰਿਟੀਕਲ ਸਕਿੱਲ ਅੱਗੇ ਨਾਲੋਂ ਵਾਰਸ ਹੋ ਗਈ। ਕਿਉਂ ਇਦਾਂ ਹੋ ਗਿਆ ਜੀ? ਬਈ ਉਹਦੀ ਸੋਚਣ ਸ਼ਕਤੀ, ਉਹਦੀ ਸਮਝਣ ਦੀ ਸ਼ਕਤੀ, ਉਹਦਾ ਫੈਸਲਾ ਲੈਣ ਦੀ ਸ਼ਕਤੀ। ਤਾਂ ਇਹਦਾ ਮੇਰੇ ਹਿਸਾਬ ਨਾਲ ਤਾਂ ਸੋਲੂਸ਼ਨ ਇੱਕ ਹੀ ਹੈ ਜੀ, ਕਿ ਆਪਾਂ ਨੂੰ ਆਲਰੇਡੀ ਆਪਣੇ ਕੋਲੇ ਸਾਰਾ ਕੁਝ ਹੁੰਦਾ ਆਪਣੇ ਸਾਹਮਣੇ ਜੀ, ਐਵਰੀਥਿੰਗ ਆਪਣੇ ਸਾਹਮਣੇ, ਸਾਰੀਆਂ ਚੀਜ਼ਾਂ ਅੱਜ ਦੇ ਸਮੇਂ 'ਚ ਬਣੀਆਂ ਬਣਾਈਆਂ। ਜੇ ਤੁਸੀਂ ਕਹਿ ਦੋ, ਤੁਸੀਂ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕੋਈ ਪਾਰਟਿਕੂਲਰ ਪੁਆਇੰਟ ਨਹੀਂ, ਤੁਹਾਨੂੰ ਪ੍ਰੂਵ ਕਰਨਾ ਪੈਣਾ। ਤੁਸੀਂ ਸਟਾਰਟਿੰਗ 'ਚੋਂ ਕਿਹਾ ਜੀ ਅਪਾਰਟ ਫਰੋਮ ਮੈਮਰੀ ਲੂਜ਼, ਬਈ ਉਹਦੇ ਤੋਂ ਸਿਵਾਏ ਕ੍ਰਿਟੀਕਲ ਸਕਿੱਲ ਵੀ ਜਿਹੜੀਆਂ ਹੁੰਦੀਆਂ ਉਹ ਅੱਗੇ ਨਾਲੋਂ ਖਰਾਬ ਹੁੰਦੀਆਂ ਜੀ। ਹੁਣ ਸਮਝਾਉਣ ਲੱਗੇ ਜੀ ਤੁਸੀਂ ਉਹਨਾਂ ਨੂੰ, ਤੁਸੀਂ ਕਹੋ ਜੀ ਐਕਚੁਅਲ ਦੇ ਵਿੱਚ, ਅਸਲ ਦੇ ਵਿੱਚ ਕੀ ਹੈ ਜੀ? ਤੁਸੀਂ ਕਹੋ ਇੰਟਰਨੈਟ ਦੀ ਦੁਨੀਆ ਦੇ ਵਿੱਚ ਅੱਜ ਦੇ ਸਮੇਂ 'ਚ ਹਰ ਇੱਕ ਚੀਜ਼ ਦਾ ਸੋਲੂਸ਼ਨ ਆ ਜੀ। ਤੁਹਾਨੂੰ ਕੋਈ ਵੀ ਪ੍ਰੋਬਲਮ ਆ, ਜਾ ਕੇ ਗੂਗਲ ਕਰ ਲਓ, ਕੋਈ ਵੀ ਦਿੱਕਤ ਆ YouTube ਤੇ ਜਾ ਕੇ ਸਰਚ ਕਰ ਲਓ, ਕੋਈ ਨਿੱਕੀ ਤੋਂ ਨਿੱਕੀ ਚੀਜ਼ ਵੀ ਆ, ਤੁਹਾਡਾ ਨੈਟ ਨਹੀਂ ਚੱਲ ਰਿਹਾ, ਤੁਹਾਨੂੰ ਕੋਈ ਚੀਜ਼ ਨਹੀਂ ਹੋ ਰਹੀ, ਤਾਂ ਤੁਸੀਂ ਜਾ ਕੇ ਗੂਗਲ ਕਰ, ਘਰੇ ਕੋਈ ਡਿਵਾਈਸ ਲੈ ਕੇ ਆਂਦੀ ਆ, ਗੂਗਲ ਕਰ ਲਓ ਮਿੰਟੋ ਮਿੰਟੀ ਕਿ ਜੀ ਇਹ ਕਿਵੇਂ ਚੱਲੂਗੀ। ਤਾਂ ਇਹਦੇ ਨਾਲ ਕੀ ਆ, ਬ੍ਰੇਨ ਦੀ ਖੁਦ ਦੀ ਜਿਹੜੀ ਕ੍ਰੀਏਟੀਵਿਟੀ ਆ, ਇੱਕ ਹੁੰਦਾ ਬ੍ਰੇਨ ਨੇ ਖੁਦ ਕਿਸੇ ਚੀਜ਼ ਨੂੰ ਪਹਿਲਾਂ ਕਿਸੇ ਦੀ ਹੈਲਪ ਲਏ ਬਿਨਾਂ ਸਮਝਣਾ, ਪਹਿਲਾਂ ਬ੍ਰੇਨ ਖੁਦ ਟਰਾਈ ਕਰਦਾ ਹੁੰਦਾ ਜੀ। ਜੇ ਮੈਂ ਤੁਹਾਡੇ ਸਾਹਮਣੇ ਇੱਕ ਮਸ਼ੀਨ ਲਿਆ ਕੇ ਖੜੀ ਕਰਦਾ ਵਾਂ, ਜਿਹੜੀ ਮਸ਼ੀਨ ਤੁਸੀਂ ਜ਼ਿੰਦਗੀ 'ਚ ਪਹਿਲਾਂ ਕਦੇ ਦੇਖੀ ਹੋਈ ਨਾ ਹੋਵੇ, ਤੁਸੀਂ ਸਭ ਤੋਂ ਪਹਿਲਾਂ ਕੀ ਕਰੋਗੇ? ਤੁਸੀਂ ਪਹਿਲਾਂ ਉਹਨੂੰ ਆਪਣੀਆਂ ਅੱਖਾਂ ਨਾਲ ਧਿਆਨ ਨਾਲ ਦੇਖੋਗੇ ਵੀ ਇਹ ਕਿੱਦਾਂ ਦੀ ਦਿਖਦੀ ਆ। ਅੱਛਾ ਇੱਥੇ ਆ ਸਵਿਚ ਲੱਗੀ ਆ, ਰੈੱਡ ਕਲਰ ਦੀ ਸਵਿਚ ਆ, ਅੱਛਾ ਗ੍ਰੀਨ ਕਲਰ ਦੀ ਚੀਜ਼ ਆ, ਅੱਛਾ ਤੁਸੀਂ ਹੌਲੀ ਹੌਲੀ ਉਹਨੂੰ ਸਮਝੋਗੇ ਬਈ ਇੱਥੇ ਏਦਾਂ ਏਦਾਂ ਸ਼ਾਇਦ ਆਹ ਕੰਮ ਕਰ ਦਿਓ। ਉਹ ਤੁਹਾਡਾ ਬ੍ਰੇਨ ਖੁਦ ਕ੍ਰੀਏਟੀਵਿਟੀ, ਖੁਦ ਕ੍ਰੀਏਟਿਵ ਹੋ ਕੇ ਕਿਸੇ ਚੀਜ਼ ਤੇ ਮੱਥਾ ਮਾਰ ਰਿਹਾ ਵਾ ਕਿ ਇਹ ਚੀਜ਼ ਐਂ ਹੋ ਸਕਦੀ ਹੈ ਜੀ। ਬਟ ਇੰਟਰਨੈਟ ਨਾਲ ਤਾਂ ਆਪਣੀ ਜਿਹੜੀ ਖੁਦ ਸੋਚਣ ਸ਼ਬਦ ਦੀ ਸ਼ਮਤਾ ਵਾ, ਕ੍ਰੀਏਟੀਵਿਟੀ, ਉਹ ਡਿਕਰੀਜ਼ ਹੋ ਜਾਂਦੀ। ਕਿਉਂ? ਕਿਉਂਕਿ ਬ੍ਰੇਨ ਨੂੰ ਪਹਿਲਾਂ ਜਿਹੜਾ ਟਾਈਮ ਮਿਲਣਾ ਚਾਹੀਦਾ ਸੀਗਾ, ਜਿਹੜਾ ਉਹਨੂੰ ਟਾਈਮ ਮਿਲਣਾ ਚਾਹੀਦਾ ਸੀਗਾ, ਉਹ ਟਾਈਮ ਅੱਜ ਦੇ ਸਮੇਂ ਦੇ ਵਿੱਚ ਇੰਟਰਨੈਟ ਨੇ ਖਤਮ ਕਰਤਾ ਜੀ। ਹੁਣ ਵਿਦਿਨ ਫਿਊ ਸੈਕਿੰਡਸ ਸਰਚ ਕਰਦੇ ਆਪਾਂ ਕੋਈ ਵੀ ਚੀਜ਼, ਤੇ ਇਹਦੇ ਨਾਲ ਕੀ ਹੋਈ ਜਾਂਦਾ? ਇਹਦੇ ਨਾਲ ਬ੍ਰੇਨ ਆਪਣਾ ਡਿਪੈਂਡ ਹੋਈ ਜਾਂਦਾ ਜੀ ਦਿਨੋਂ ਦਿਨ, ਤੇ ਬ੍ਰੇਨ 'ਚ ਇੱਕ ਚੀਜ਼ ਪੈਦਾ ਹੋਈ ਜਾਂਦੀ ਹੈ ਜੀ, ਬ੍ਰੇਨ ਡਿਪੈਂਡ ਹੋਈ ਜਾਂਦਾ ਡੇਲੀ ਬੇਸਿਸ ਤੇ, ਇੱਕ ਚੀਜ਼ ਪੈਦਾ ਹੋਈ ਜਾਂਦੀ। ਕਿਹੜੀ ਚੀਜ਼? ਖੁਦ ਐਫਰਟ ਕਰਨੀ ਆ
ਛੱਡਤੀਆਂ ਜੀ ਇਹਨੇ ਹੁਣ ਜਮਾਂ। ਤੇ ਇਹਦੇ ਨਾਲ ਕੀ ਹੁੰਦਾ ਵਾ, ਇਹਦੇ ਨਾਲ ਇਹਦੇ ਜਿਹੜਾ ਫੈਸਲਾ ਲੈਣ ਦੀ ਸ਼ਮਤਾ, ਕਿਸੇ ਚੀਜ਼ ਨੂੰ ਸਮਝਣ ਦੀ ਸ਼ਮਤਾ, ਕਿਸੇ ਚੀਜ਼ ਤੇ ਮੱਥਾ ਮਾਰਨ ਦੀ ਅਬਿਲਿਟੀ ਜੋ ਆਪਣੀ ਹੁੰਦੀ ਆ, ਆਹ ਸਾਰੀਆਂ ਚੀਜ਼ਾਂ ਇਹਦੀਆਂ ਕੀ ਹੋ ਜਾਂਦੀਆਂ ਦਿਨੋਂ ਦਿਨ ਖਰਾਬ ਆਟੋਮੈਟਿਕਲੀ ਹੋਈ ਜਾਂਦੀਆਂ ਜੀ। ਤਾਂ ਪੁਆਇੰਟ ਕੀ ਸੀਗਾ ਜੀ ਕਿ ਜੀ ਆਪਣੇ ਬ੍ਰੇਨ ਦੀਆਂ ਕ੍ਰਿਟੀਕਲ ਸਕਿੱਲਸ ਜਿਹੜੀਆਂ ਥਿੰਕਿੰਗ ਪਾਵਰ ਉਹ ਕਿਉਂ ਨੀਚੇ ਜਾਈ ਜਾਂਦੀ ਆ, ਕਿਉਂਕਿ ਇੰਟਰਨੈਟ ਐਵਰੀਥਿੰਗ ਪ੍ਰੋਵਾਈਡ ਕਰ ਰਿਹਾ ਵਾ। ਅੱਜ ਦੇ ਸਮੇਂ ਦੇ ਵਿੱਚ ਉਹ ਕੋਈ ਚੀਜ਼ ਨਹੀਂ ਹੈਗੀ ਜਿਹਨੂੰ ਗੂਗਲ ਨਹੀਂ ਕੀਤਾ ਜਾ ਸਕਦਾ ਤੇ ਗੂਗਲ ਆਨਸਰ ਨਾ ਦਊਗਾ ਜੀ ਦਾ। YouTube ਵੀਡੀਓਜ਼ ਦੇ ਰਾਹੀਂ ਇੰਨੇ ਜ਼ਿਆਦਾ ਯਾਨੀ ਕਿ ਟਿਊਟੋਰੀਅਲ ਆ, ਇੰਨੀਆਂ ਜ਼ਿਆਦਾ ਚੀਜ਼ਾਂ ਵਾ। ਤਾਂ ਉਹਦੇ ਵਿੱਚ ਕੀ ਹੁੰਦਾ ਜੀ, ਤੁਸੀਂ ਕਹਿ ਦੋ ਵੀ ਬ੍ਰੇਨ ਦਿਨੋਂ ਦਿਨ ਡਿਪੈਂਡ ਹੋਈ ਜਾਂਦਾ, ਵਿਦਨ ਫਿਊ ਸੈਕਿੰਡਸ ਇਹ ਚੀਜ਼ ਸਰਚ ਕਰਨ ਭੱਜ ਜਾਂਦਾ, ਇਹ ਪਹਿਲਾਂ ਖੁਦ ਸੋਚਣ ਦੀ ਹਿੰਮਤ ਵੀ ਨਹੀਂ ਕਰਦਾ। ਤੇ ਉਹਦੇ ਨਾਲ ਕੀ ਹੈ ਜੀ, ਦਿਨੋਂ ਦਿਨ ਫਿਰ ਇਹਦੀ ਖੁਦ ਦੀ ਕ੍ਰੀਏਟੀਵਿਟੀ ਪਾਵਰ ਘਟੀ ਜਾਂਦੀ ਆ। ਤੇ ਕ੍ਰੀਏਟੀਵਿਟੀ ਪਾਵਰ ਦਾ ਹੀ ਬਹੁਤ ਵੱਡਾ ਲੈਣਾ ਦੇਣਾ ਹੁੰਦਾ ਵਾ, ਇੱਕ ਡਿਸੀਜ਼ਨ ਲੈਣਾ, ਫੈਸਲਾ ਲੈਣਾ, ਡੂੰਘਾਈ 'ਚ ਜਾ ਕੇ ਸੋਚਣਾ, ਇਹ ਇੱਕ ਕ੍ਰੀਏਟਿਵ ਵਰਕ ਹੈ ਜੀ। ਚੀਜ਼ਾਂ ਨੂੰ ਐਨਾਲਾਈਜ਼ ਕਰਨਾ, ਫਿਰ ਇੱਕ ਨਤੀਜੇ ਤੇ ਪਹੁੰਚਣਾ, ਕਿਸੇ ਚੀਜ਼ ਦੇ ਐਡਵਾਂਟੇਜ ਡਿਸਐਡਵਾਂਟੇਜ ਪੂਰੇ ਧਿਆਨ ਨਾਲ ਬਹਿ ਕੇ ਸੋਚਣੇ, ਆਹ ਸਾਰੀਆਂ ਚੀਜ਼ਾਂ ਇੱਕ ਕ੍ਰੀਏਟਿਵਿਟੀ ਹੋਈ ਹੁੰਦੀ ਹੈ ਨਾ ਇੱਕ ਖੁਦ ਦੇ ਵਿੱਚ। ਤੇ ਜਦੋਂ ਆਪਣੀ ਇਹ ਚੀਜ਼ ਹੀ ਘਟ ਜੂਗੀ ਇਹਨਾਂ ਨੂੰ ਤੇ ਆਉਣ ਦੇ ਨਾਲ, ਤਾਂ ਆਪਣੀ ਜਿਹੜੀ ਕ੍ਰਿਟੀਕਲ ਥਿੰਕਿੰਗ ਹੈ ਜੀ ਉਹ ਵੀ ਬਿਲਕੁਲ ਘਟਣਾ ਉਹਦਾ ਲਾਜ਼ਮੀ ਹੈ ਬਹੁਤ। ਤਾਂ ਇਹ ਤੁਹਾਡਾ BP2 ਹੋ ਗਿਆ ਜੀ। ਇਹ 'ਚ ਕੋਈ ਏਦਾਂ ਦਾ ਪਾਰਟੀਕੂਲਰ ਪੁਆਇੰਟ ਨਹੀਂ। ਹਾਂ ਤੁਸੀਂ ਕਹਿ ਸਕਦੇ ਹੋ ਜੀ ਕਿ ਹਾਂ ਜੀ ਕ੍ਰਿਟੀਕਲ ਸਕਿੱਲ ਜਿਹੜੀਆਂ ਉਹ ਘਟਦੀਆਂ ਵਾ, ਕਿਉਂ? ਕਿਉਂਕਿ ਇੰਟਰਨੈਟ ਆਪਾਂ ਨੂੰ ਹਰ ਇੱਕ ਚੀਜ਼ ਪ੍ਰੋਵਾਈਡ ਕਰਨ ਲੱਗ ਗਿਆ, ਦੁਨੀਆ ਦੀ ਹਰ ਇੱਕ ਚੀਜ਼। ਹੁਣ ਐਗਜ਼ਾਮੀਨਰ ਨੂੰ ਸਮਝ ਨਹੀਂ ਆਇਆ, ਹੁਣ ਉਹਨੂੰ ਸਮਝਾ ਦਿਓ ਇਨ ਸਿੰਪਲ ਟਰਮਸ, ਉਹਨੂੰ ਕਹੋ ਵੀ ਸੌਖੇ ਜਿਹੇ ਸ਼ਬਦਾਂ ਦੇ ਵਿੱਚ ਤੁਹਾਨੂੰ ਸਮਝਾਉਂਦੇ ਆ, ਬਾਅਦ ਚੋਂ ਸਾਰੀ ਜੋ ਥਿਊਰੀ ਕਿ ਜੀ ਦੇਖੋ ਤੁਸੀਂ ਕੋ ਕੀ ਹੁੰਦਾ ਸੀ ਅੱਜ ਤੋਂ ਪਹਿਲਾਂ ਜਦੋਂ ਇੰਟਰਨੈਟ ਤੇ ਅਸੈਸ ਹੈ ਨਹੀਂ ਸੀ ਲੋਕਾਂ ਦੀ। ਤੁਸੀਂ ਕਹੋਗੇ ਸਰ ਕੰਪੇਅਰ ਕਰ ਸਕਦੇ ਆ, ਬਿਲਕੁਲ ਉਹਨਾਂ ਨੇ ਲਿਖਿਆ ਵਾ ਨਾ, ਉਹਨਾਂ ਦਾ ਸਟੇਟਮੈਂਟ 'ਚ ਲਿਖਿਆ ਕਿ ਜੀ ਅੱਜ ਕੱਲ ਲੋਕਾਂ ਦੀ ਅਸੈਸ ਜ਼ਿਆਦੇ ਆ। ਇਹਦਾ ਮਤਲਬ ਆਪਾਂ ਆਪਦਾ ਪੁਆਇੰਟ ਪ੍ਰੂਵ ਕਰਨ ਦੇ ਲਈ ਪਾਸਟ ਪ੍ਰੈਜ਼ੈਂਟ ਦਾ ਸਹਾਰਾ ਲੈ ਰਹੇ ਹਾਂ ਨਾ। ਮੈਂ ਕੋਈ ਜੇ ਆਪਾਂ ਪਿੱਛੇ ਜੇ ਥੋੜਾ ਜਾ ਕੇ ਦੇਖ ਲਈਏ ਤਾਂ ਇੱਕ ਬ੍ਰੇਨ ਖੁਦ ਐਫਰਟ ਕਰਦਾ ਹੁੰਦਾ ਸੀ ਵੀ ਕਿਵੇਂ ਇੱਕ ਚੀਜ਼ ਦੇ ਬਾਰੇ ਸਿੱਖਿਆ ਜਾਵੇ, ਸੋਚਿਆ ਜਾਵੇ, ਫੈਸਲਾ ਲਿਆ ਜਾਵੇ। ਅੱਜ ਦੇ ਸਮੇਂ 'ਚ ਮੈਂ ਕੋਈ ਜੀ ਉਹ ਐਫਰਟ ਸਾਰੀਆਂ ਆਪਣੀਆਂ ਇੰਟਰਨੈਟ ਦੀ ਦੁਨੀਆ ਨੇ ਖਤਮ ਕਰਤੀਆਂ। ਬ੍ਰੇਨ ਸੋਚਣੋਂ ਹਟ ਗਿਆ ਜੀ, ਤੇ ਜਿਵੇਂ ਜਿਵੇਂ ਸੋਚਣੋਂ ਹਟ ਗਿਆ ਜੀ ਏਦਾਂ ਏਦਾਂ ਦੀਆਂ ਕ੍ਰਿਟੀਕਲ ਸਕਿੱਲਸ ਜਿਹੜੀਆਂ ਉਹ ਘਟਦੀਆਂ ਜਾਂਦੀਆਂ ਜੀ। ਤਾਂ ਇਹ ਆਪਣਾ BP2 ਸੀ ਜੀ। ਇੱਧਰ ਮੈਮਰੀ ਕਿਵੇਂ ਲੂਜ਼ ਹੁੰਦੀ ਹੈ ਜੀ, ਮੈਮਰੀ ਕਿਵੇਂ ਲੂਜ਼ ਹੁੰਦੀ ਹੈ, ਜਿਹੜੀ ਕੌਨਸਟੈਂਟ ਇਨਫੋਰਮੇਸ਼ਨ ਆ ਜੀ, ਮੈਮਰੀ ਕਿਵੇਂ ਲੂਜ਼ ਹੁੰਦੀ ਹੈ। ਹਾਂਜੀ, ਇਹਦੇ ਲਈ ਵੀ ਤੁਹਾਨੂੰ ਥੋੜਾ ਜਿਹਾ ਡੀਪ ਜਾ ਕੇ ਸੋਚਣਾ ਪੈਣਾ ਵੀ ਅੱਜ ਦੇ ਸਮੇਂ 'ਚ ਮੈਮਰੀ ਲੂਜ਼ ਹੋ ਰਹੀ ਹੈ, ਬਿਲਕੁਲ ਹੋ ਰਹੀ ਹੈ ਜੀ। ਤੁਸੀਂ ਆਪਣੇ ਰੂਮ 'ਚ ਜਾਂਦੇ ਹੋ, ਰੂਮ ਦੇ ਵਿੱਚ ਐਂਟਰ ਕਰਨ ਤੋਂ ਬਾਅਦ 'ਚ ਤੁਸੀਂ ਜਾ ਕੇ ਭੁੱਲ ਜਾਂਦੇ ਹੋ ਵੀ ਮੈਂ ਰੂਮ 'ਚ ਕਰਨ ਕੀ ਆਇਆ ਸੀਗਾ, ਫਿਰ ਵਾਪਸ ਜਾਂਦੇ ਹੋ। ਤੁਸੀਂ ਸੋਚਦੇ ਹੋ ਕਿ ਮੈਂ ਸ਼ੌਪ ਤੇ ਜਾਂਦੇ ਹੋ, 4 ਚੀਜ਼ਾਂ ਮਾਈਂਡ 'ਚ ਰੱਖੀਆਂ, ਜਾ ਕੇ 3 ਯਾਦ ਆ, 1 ਭੁੱਲ ਗਈ, ਬਾਅਦ 'ਚੋਂ ਕਾਲ ਕਰਕੇ ਫੋਨ ਕਾਲ ਕਰਦੇ ਹੋ ਘਰੇ ਵੀ ਹੋਰ ਕਿਹੜੀ ਚੀਜ਼ ਸੀਗੀ ਚੌਥੀ। ਠੀਕ ਹੈ ਜੀ, ਕੋਈ ਚੀਜ਼ ਤੁਹਾਨੂੰ ਲੋੜ ਆ, ਉਹ ਤੁਹਾਡੀ ਅਲਮੀਰਾ ਵਿੱਚ ਪਈ ਹੈ, ਜਾ ਕੇ ਤੁਸੀਂ ਫ੍ਰਿਜ ਖੋਲ ਰਹੇ ਹੋ। ਸਾਰਾ ਕੁਝ ਕੀ ਹੈ ਜੀ, ਇਹ ਮੈਮਰੀ ਤਾਂ ਵਾਰਸ ਹੁੰਦੀ ਹੈ ਨਾ ਆਪਣੀ। ਮੈਨੂੰ ਪਤਾ ਕਿ ਜੇ ਮੈਨੂੰ ਸ਼ਰਟ ਚਾਹੀਦੀ ਹੈ ਅਲਮੀਰਾ 'ਚ ਪਈ ਹੈ, ਮੈਂ ਜਾ ਕੇ ਫ੍ਰਿਜ ਖੋਲ ਰਿਹਾ ਹਾਂ। ਮੈਨੂੰ ਪਤਾ ਕਿ ਮੈਂ ਰੂਮ 'ਚੋਂ ਆਹ ਚੀਜ਼ ਜਾ ਕੇ ਚੱਕਣੀ ਹੈ, ਜਦੋਂ ਕਮਰੇ 'ਚ ਪਹੁੰਚੇ ਉਹ ਚੀਜ਼ ਬਲੈਂਕ ਹੋ ਗਈ ਮਾਈਂਡ ਦੇ ਵਿੱਚੋਂ। ਤਾਂ ਇਹ ਸਾਰਾ ਕੁਝ ਮੈਮਰੀ ਹੁੰਦਾ ਨਾ ਲੂਜ਼। ਤਾਂ ਇਹ ਚੀਜ਼ ਉਹ ਇਹਦਾ ਦੋਸ਼ੀ ਕਹਿ ਰਿਹਾ ਇੰਟਰਨੈਟ ਨੂੰ। ਤੁਹਾਡਾ ਕੰਮ ਕੀ ਹੈ, ਇੰਟਰਨੈਟ ਨੂੰ ਮੈਮਰੀ ਲੂਜ਼ ਦੇ ਨਾਲ ਜੋੜਨਾ। ਬਸ ਇਹਦੇ ਵਿੱਚ ਕਨੈਕਸ਼ਨ ਬਣਾ ਦਿਓ ਇੱਕ। ਐਗਜ਼ਾਮੀਨਰ ਨੂੰ ਯਕੀਨ ਹੋ ਜਾਊਗਾ ਕਿ ਠੀਕ ਆ, ਤੁਸੀਂ ਤਾਂ ਐਗਰੀ ਹੋਏ ਸੀਗੇ। ਅੱਛਾ, ਤੁਸੀਂ ਇੰਟਰਨੈਟ ਦੇ ਰਾਹੀਂ ਕਹਿ ਰਹੇ ਹੋ ਵੀ ਇੰਟਰਨੈਟ ਏਦਾਂ ਆਪਣੀ ਮੈਮਰੀ ਨੂੰ ਡੈਮੇਜ ਕਰ ਰਿਹਾ ਵਾ। ਜਦੋਂ ਤੁਸੀਂ ਆਪਣੇ BP 'ਚ ਇੰਟਰਨੈਟ ਦੇ ਰਾਹੀਂ ਮੈਮਰੀ ਲੂਜ਼ ਦੇ ਨਾਲ ਕਨੈਕਸ਼ਨ ਸਥਾਪਿਤ ਕਰਤਾ, ਸਮਝ ਲਓ ਤੁਹਾਡਾ ਟਾਸਕ ਰਿਸਪੌਂਸ 100% ਸਹੀ ਹੈ, ਕੋਈ ਵੀ ਤੁਹਾਡੇ ਬੈਨ ਨਹੀਂ ਕਰ ਸਕਦਾ। ਤੁਸੀਂ ਹੋਰ ਹੀ ਪਾਸੇ ਗੱਲਾਂ ਲੈ ਕੇ ਇੰਟਰਨੈਟ ਦੀਆਂ ਗੱਲਾਂ ਕਿ ਜੀ ਇੰਟਰਨੈਟ ਤੇ ਅੱਜ ਕੱਲ ਬਹੁਤ ਸੋਲੂਸ਼ਨ ਹੁੰਦੇ ਆ, ਬੰਦਾ ਕਨਫਿਊਜ਼ ਹੋ ਜਾਂਦਾ। ਬੰਦਾ ਕਨਫਿਊਜ਼ ਹੁੰਦਾ ਵਾ, ਬੰਦੇ ਦੀ ਮੈਮਰੀ ਦੇ ਨਾਲ ਇਹਦਾ ਕੀ ਲੈਣਾ ਦੇਣਾ। ਉਹਨੂੰ ਮੈਮਰੀ ਤੱਕ ਰੀਚ ਕਰਕੇ ਆਓ ਨਾ, ਉਹਨੂੰ ਤੁਹਾਡੀ ਫਾਈਨਲ ਲਾਈਨ ਖਤਮ ਹੀ ਆ ਕੇ ਮੈਮਰੀ ਤੇ ਹੋਵੇ ਕਿ ਜੀ ਇਹਦੇ ਨਾਲ ਆਈ ਮੈਮਰੀ ਲੂਜ਼ ਹੁੰਦੀ ਹੈ। ਇਹ ਹੁੰਦਾ ਵਾ ਇੱਕ ਪੈਰਾਗ੍ਰਾਫ
ਇੱਕ ਕਲੋਜ਼ ਨਿਟ ਪੈਰਾਗ੍ਰਾਫ, ਇੱਕ ਉਹ ਪੈਰਾਗ੍ਰਾਫ ਜਿਹੜਾ ਬਾਉਂਡ ਆ ਖੁਦ ਦੇ ਸੈਂਟੈਂਸਸ ਦੇ ਵਿੱਚ। ਏਦਾਂ ਨਹੀਂ ਕਿ ਤੁਹਾਡਾ ਹਾਫ ਦੇ ਵਿੱਚ ਇੰਟਰਨੈਟ ਦੀਆਂ ਗੱਲਾਂ ਚੱਲੀ ਜਾਂਦੀਆਂ, ਬਾਅਦ ਚ ਤੁਸੀਂ ਕਿਹਨੂੰ ਕਨਫਿਊਜ਼ ਹੋ ਗਿਆ। ਫੋਰ ਐਗਜ਼ਾਮਪਲ ਜੀ, ਸਟੂਡੈਂਟ ਪੜ੍ਹਦੇ ਪੜ੍ਹਦੇ ਬੜੇ ਕਨਫਿਊਜ਼ ਹੋ ਜਾਂਦੇ ਅੱਜ ਕੱਲ੍ਹ। ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਨਾ ਚਾਹੁੰਦੇ ਹੋਏ ਵੀ ਟਾਸਕ ਤੋਂ ਬਾਹਰ ਤੁਰੀਆਂ ਫਿਰਦੀਆਂ, ਕਿਉਂਕਿ ਏਦਾਂ ਤਾਂ ਉਹਨਾਂ ਨੇ ਪੁੱਛਿਆ ਹੀ ਨਹੀਂ ਕਿ ਬੱਚੇ ਕਨਫਿਊਜ਼ ਆਏ। ਤੁਸੀਂ ਕਨਫਿਊਜ਼ਨ ਤੇ ਬਣਾਈ ਜਾਂਦੇ ਹੋ, ਤੁਸੀਂ ਰਿਲੇਸ਼ਨ ਕੱਚ ਸਥਾਪਿਤ ਕਰੀ ਜਾਂਦੇ ਹੋ। ਇੰਟਰਨੈਟ ਕਨਫਿਊਜ਼ ਕਰਦਾ ਬੰਦੇ ਨੂੰ, ਤੁਸੀਂ ਸਥਾਪਿਤ ਰਿਲੇਸ਼ਨ ਕਰੀ ਜਾਂਦੇ ਹੋ, ਇੰਟਰਨੈਟ ਬੰਦੇ ਨੂੰ ਕਨਫਿਊਜ਼ ਕਰ ਗਿਆ। ਇਹ ਟਾਸਕ ਰਿਸਪੌਂਸ ਗਲਤ। ਇੰਟਰਨੈਟ ਨੂੰ ਰਿਲੇਟ ਕਿਹਦੇ ਨਾਲ ਕਰਨਾ ਸੀਗਾ? ਮੈਮਰੀ ਡੈਮੇਜ ਦੇ ਨਾਲ। ਚਲੋ ਜੀ ਕਰਦੇ ਇਹਨੂੰ ਆਪਾਂ। ਓਕੇ, ਤਾਂ BP1 ਦੇ ਵਿੱਚ ਮੈਂ ਕਿਹਾ ਜੀ ਓਕੇ ਜੀ, ਤਾਂ ਪਹਿਲਾਂ ਮੈਂ ਕਹੂੰਗਾ ਜੀ ਹਾਂਜੀ ਮੈਂ ਫੁੱਲੀ ਐਗਰੀ ਹਾਂ ਜੀ ਇਹ ਚੀਜ਼ ਨਾਲ। ਜਿਵੇਂ ਕਿ ਮੈਂ ਕਿਹਾ ਕਿ ਇੰਟਰਨੈਟ ਦੇ ਨਾਲ ਮੈਮਰੀ ਜਿਹੜੀ ਹੈਗੀ ਆ, ਸਪੈਸ਼ਲੀ ਮੈਂ ਕੋਈ ਸ਼ਾਰਟ ਟਰਮ ਮੈਮਰੀ, ਸ਼ਾਰਟ ਟਰਮ ਮੈਮਰੀ ਬੜਾ ਵਧੀਆ ਕੋਲੋਕੇਸ਼ਨ ਹੈ। ਅੱਛਾ, ਇੰਟਰਨੈਟ ਇੰਨਾ ਵੀ ਜ਼ਿਆਦਾ ਮੈਮਰੀ ਨੂੰ ਨਹੀਂ ਭੁਲਾ ਸਕਦਾ ਵੀ ਤੁਹਾਨੂੰ ਇਦਾਂ ਹੀ ਭੁੱਲ ਜਾਏ ਵੀ ਸਾਡਾ ਘਰ ਕਿੱਥੇ ਆ। ਇੰਨਾ ਵੀ ਨਹੀਂ ਤੁਹਾਨੂੰ ਭੁਲਾ ਸਕਦਾ ਕਿ ਤੁਹਾਨੂੰ ਇਦਾਂ ਹੀ ਭੁੱਲ ਜਾਏ ਕਿ ਮੈਂ ਕਿਹੜੇ ਪਿੰਡ ਜਾਂ ਸ਼ਹਿਰ 'ਚ ਰਹਿਣਾ। ਇਹ ਆਪਣੀ ਪੂਰੀ ਕੰਕਰੀਟ ਮੈਮਰੀ ਹੁੰਦੀ ਹੈ, ਇਹ ਆਪਣੀ ਲੌਂਗ ਟਰਮ ਮੈਮਰੀ ਦੇ ਵਿੱਚ ਹੁੰਦੀਆਂ ਇਹ ਚੀਜ਼ਾਂ। ਆਪਾਂ ਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਦੇ ਵਿੱਚ ਮੈਮਰੀ ਲੂਜ਼ ਕਰਨ ਲੱਗਦਾ ਇੰਟਰਨੈਟ, ਆਪਣੀ ਵੱਡੀਆਂ ਚੀਜ਼ਾਂ 'ਚ ਨਹੀਂ। ਕਦੇ ਏਦਾਂ ਥੋੜੀ ਕਹੂੰਗਾ ਅੱਛਾ ਆਲਸ ਕਰਦਾ ਸੀਗਾ ਮੈਂ, ਆਹ ਚੀਜ਼ ਥੋੜੀ ਭੁੱਲ ਜੂ ਤੁਹਾਨੂੰ। ਸ਼ਾਰਟ ਟਰਮ ਮੈਮਰੀ ਤਾਂ ਮੈਂ ਕੋਈ ਜੀ ਬਿਲਕੁਲ ਜੀ ਇਹ ਮੈਮਰੀ ਨੂੰ ਤਾਂ ਡੈਮੇਜ ਕਰ ਰਿਹਾ, ਖਾਸ ਕਰਕੇ ਸ਼ਾਰਟ ਟਰਮ ਮੈਮਰੀ। ਮੈਂ ਕੋਈ ਇੰਟਰਨੈਟ ਦੇ ਵਿੱਚ ਡਿਊਰਿੰਗ ਦਾ ਡੇ, ਪੂਰਾ ਡੇ ਦੇ ਦੌਰਾਨ ਇੰਨੀ ਜ਼ਿਆਦਾ ਇਨਫੋਰਮੇਸ਼ਨ ਨੂੰ ਨੌਨ ਸਟਾਪ ਆਪਾਂ ਆਪਦੇ ਬ੍ਰੇਨ ਦੇ ਵਿੱਚ ਪਾ ਰਹੇ ਹਾਂ, ਟ੍ਰਾਂਸਫਰ ਕਰ ਰਹੇ ਹਾਂ ਇੱਕ ਹਿਸਾਬ ਦਾ। ਮੈਂ ਕੋਈ ਜੀ ਇਲੈਕਟ੍ਰੋਨਿਕ ਗੈਜਟਸ ਤੋਂ ਜਿਹੜੀ ਇਨਫੋਰਮੇਸ਼ਨ ਆ ਉਹ ਬ੍ਰੇਨ ਦੇ ਵਿੱਚ ਨੌਨ ਸਟਾਪ ਪੈ ਰਹੀ ਹੈ ਜੀ ਡਿਊਰਿੰਗ ਦਾ ਡੇ। YouTube ਚਲਾ ਰਹੇ ਹੋ, ਇੰਸਟਾਗ੍ਰਾਮ ਫੇਸਬੁੱਕ ਦੀ ਪ੍ਰੋਫਾਈਲ ਦੇਖ ਰਹੇ ਹੋ, ਗੂਗਲ ਕਰ ਰਹੇ ਹੋ ਚੀਜ਼ਾਂ ਨੂੰ, ਮੇਲਸ ਚੈੱਕ ਕਰੀ ਜਾਂਦੇ ਹੋ ਆਪਣੀਆਂ, ਵੀਡੀਓ ਕਾਲ ਸਾਰੀਆਂ ਚੀਜ਼ਾਂ ਮੈਂ ਕੁਝ ਨੌਨ ਸਟਾਪ ਟ੍ਰਾਂਸਮਿਸ਼ਨ ਆਫ ਇਨਫੋਰਮੇਸ਼ਨ ਫਰੋਮ ਇਲੈਕਟ੍ਰੋਨਿਕ ਡਿਵਾਈਸਿਸ ਟੂ ਹਿਊਮਨ ਬ੍ਰੇਨ, ਨੌਨ ਸਟਾਪ ਟ੍ਰਾਂਸਮਿਸ਼ਨ। ਤਾਂ ਮੈਂ ਕੁਝ ਇਹਦੇ ਨਾਲ ਇਨਫੋਰਮੇਸ਼ਨ ਇੰਨੀ ਜ਼ਿਆਦਾ ਬਲਕ ਦੇ ਵਿੱਚ ਹੋ ਜਾਂਦੀ ਆ। ਹਾਲਾਂਕਿ ਪਾਸਟ ਵਿੱਚ ਇਦਾਂ ਨਹੀਂ ਹੁੰਦਾ ਸੀ। ਪਾਸਟ ਵਿੱਚ ਬੰਦੇ ਕੋਲੇ ਇਨਫੋਰਮੇਸ਼ਨ ਆਪਦੇ ਬ੍ਰੇਨ 'ਚ ਪਾਉਣ ਦਾ ਜ਼ਰੀਆ ਕੀ ਸੀ? ਵੱਧ ਤੋਂ ਵੱਧ ਆਪਦੇ ਸੁਸਾਇਟੀ ਦੇ ਲੋਕਾਂ ਨਾਲ ਗੱਲਬਾਤ ਕਰ ਸਕਦਾ ਸੀ, ਫੈਮਿਲੀ ਦੇ ਲੋਕਾਂ ਨਾਲ ਗੱਲਬਾਤ ਕਰ ਸਕਦਾ ਸੀ। ਲਿਮਟਿਡ ਜੀਆਂ ਚੀਜ਼ਾਂ ਸੀ ਜਿਹੜੀਆਂ ਇੱਕ ਦੂਜੇ ਦੇ ਬ੍ਰੇਨ 'ਚ ਘੁੰਮੀ ਜਾਂਦੀਆਂ ਸੀ। ਬਸ ਜਿੰਨਾ ਕੁ ਮੂਹਰਲੇ ਬੰਦੇ ਨੂੰ ਪਤਾ ਵਾ ਉਹਨਾਂ ਕੁ ਉਹਨੂੰ ਪਤਾ ਲੱਗ ਜਾਂਦਾ ਸੀ, ਇਹਦੇ ਵਾਲੀ ਚੀਜ਼ ਇਹਨੂੰ ਪਤਾ ਲੱਗ ਜਾਂਦੀ ਸੀ। ਇੰਟਰਨੈਟ ਤਾਂ ਪੂਰਾ ਵਰਲਡ ਹੈ ਨਾ, ਫਿਰ ਇਹਦੇ ਵਿੱਚ ਤਾਂ ਉਹ ਵੀਡੀਓ ਦੇਖ ਰਹੇ ਹੋ ਤੁਸੀਂ ਜਿਹੜੀ ਅੱਜ ਤੋਂ ਪਹਿਲਾਂ ਤੁਹਾਨੂੰ ਪਤਾ ਹੀ ਨਹੀਂ ਸੀ ਵੀ ਆਹ ਚੀਜ਼ ਵੀ ਹੁੰਦੀ ਹੈ ਦੁਨੀਆ 'ਚ। ਤੇ ਮੈਂ ਕੁਝ ਇਹਦੇ ਵਿੱਚ ਇਨਫੋਰਮੇਸ਼ਨ ਬਹੁਤ ਬਲਕ ਦੇ ਵਿੱਚ ਬ੍ਰੇਨ ਦੇ ਵਿੱਚ ਪੈ ਰਹੀ ਆ, ਬਹੁਤ ਬਲਕ ਦੇ ਵਿੱਚ, ਤੇ ਬ੍ਰੇਨ ਨੂੰ ਏਦਾਂ ਹੀ ਨਹੀਂ ਪਤਾ ਲੱਗ ਰਿਹਾ, ਉਹ ਕਨਫਿਊਜ਼ ਹੋ ਗਿਆ। ਕਨਫਿਊਜ਼ ਕਿਹੜੀ ਚੀਜ਼ 'ਚ ਹੋ ਗਿਆ ਕਿ ਕਿਹੜੀ ਚੀਜ਼ ਇੰਪੋਰਟੈਂਟ ਆ, ਕਿਹੜੀ ਚੀਜ਼ ਅਨਇੰਪੋਰਟੈਂਟ ਆ। ਬ੍ਰੇਨ ਦੇ ਵਿੱਚ ਮੈਂ ਚੀਜ਼ਾਂ ਪਾਈ ਜਾਣਾ ਬ੍ਰੇਨ ਵੀ ਇੱਕ ਲਾਈਕ ਬੈਗ ਆ ਨਾ ਇਹ। ਤਾਂ ਇਹਦੇ ਵਿੱਚ ਨੌਨ ਸਟਾਪ ਚੀਜ਼ਾਂ ਪਈ ਜਾਂਦੀਆਂ ਇਹ ਸੈਟਲ ਕਰੀ ਜਾਂਦਾ ਉਹਨਾਂ ਨੂੰ। ਪਰ ਇਹਨੇ ਹੁਣ ਬਾਹਰ ਵੀ ਚੀਜ਼ਾਂ ਕੱਢਣੀਆਂ ਹੁੰਦੀਆਂ। ਨੰਬਰ 2 ਤੈਨੂੰ ਇਦਾਂ ਨਹੀਂ ਪਤਾ ਲੱਗ ਰਿਹਾ, ਨੌਨ ਸਟਾਪ ਟ੍ਰਾਂਸਮਿਸ਼ਨ ਹੋਰ ਕਰਕੇ ਬਲਕ ਦੇ ਵਿੱਚ ਇਨਫੋਰਮੇਸ਼ਨ ਟ੍ਰਾਂਸਮਿਸ਼ਨ ਹੋਣ ਦੇ ਕਰਕੇ ਬ੍ਰੇਨ ਨੂੰ ਪਤਾ ਨਹੀਂ ਲੱਗ ਰਿਹਾ ਕਿਹੜੀ ਚੀਜ਼ ਇੰਪੋਰਟੈਂਟ ਆ, ਕਿਹੜੀ ਚੀਜ਼ ਅਨਇੰਪੋਰਟੈਂਟ ਆ। ਤੇ ਇਹ ਕਦੇ ਅਨਇੰਪੋਰਟੈਂਟ ਚੀਜ਼ਾਂ ਨੂੰ ਇੰਪੋਰਟੈਂਟ ਮੰਨ ਕੇ ਆਪਦੇ ਬ੍ਰੇਨ 'ਚ ਸੇਵ ਕਰ ਲੈਂਦਾ ਵਾ, ਤੇ ਜਿਹੜੀ ਇੰਪੋਰਟੈਂਟ ਚੀਜ਼ ਸੀਗੀ ਜਿਹੜੀ ਆਪਾਂ ਯਾਦ ਰੱਖਣੀ ਆ ਉਹਨੂੰ ਅਨਇੰਪੋਰਟੈਂਟ ਸਮਝ ਕੇ ਇਹ ਡਿਲੀਟ ਕਰ ਦਿੰਦਾ ਜੀ। ਤੇ ਮੈਂ ਕੋਈ ਸ਼ਾਰਟ ਟਰਮ ਮੈਮਰੀ ਤੇ ਇਹਦਾ ਇੰਪੈਕਟ ਜਾ ਕੇ ਬਹੁਤ ਪੈਂਦਾ ਜੀ। ਫੋਰ ਐਗਜ਼ਾਮਪਲ ਮੈਂ ਕੋ ਆਪਾਂ ਸੁਪਰ ਮਾਰਕੀਟ ਤੇ ਜਾ ਕੇ ਇੱਕ ਪਲ ਲਈ ਬਲੈਂਕ ਹੋ ਜਾਂਦੇ ਕਿ ਮੈਂ ਕੀ ਲੈਣ ਆਇਆ ਸੀਗਾ ਜੀ। ਆਪਣੀਆਂ ਗੋਗਲਸ ਆਪਾਂ ਕਿਸੇ ਸ਼ਾਪ ਤੇ ਜਾ ਕੇ ਰੱਖ ਦਿੰਨੇ ਆ, ਉੱਥੇ ਉਦੋਂ ਮੁੜਨ ਲੱਗਦੇ ਆ, ਮੈਂ ਕੁਝ ਆਪਾਂ ਗੋਗਲਸ ਹੀ ਆਪਦੀਆਂ ਭੁੱਲੇ ਹੁੰਨੇ ਉੱਥੇ ਟੋਸਟ ਕਰੇ ਹੁੰਨੇ। ਤਾਂ ਮੈਂ ਕੋਈ ਇਹ ਸਾਰਾ ਕੁਝ ਕੀ ਆ? ਦਿਸ ਇਜ਼ ਸ਼ਾਰਟ ਟਰਮ ਮੈਮਰੀ। ਤੇ ਇਹ ਕਿਹਦੇ ਕਰਕੇ ਡੈਮੇਜ ਹੋ ਰਹੀ ਆ?
ਇੰਟਰਨੈਟ ਦੇ ਜਾਣੀ ਕਿ ਕੰਟੀਨਿਊਸ ਟਰਾਂਸਮਿਸ਼ਨ ਆਫ ਇਨਫੋਰਮੇਸ਼ਨ ਦੇ ਕਰਕੇ ਮੈਂ ਕੁਝ ਤਾਂ ਏਦਾਂ ਤੁਸੀਂ ਉਹਨੂੰ ਪ੍ਰੂਵ ਕਰੋਗੇ ਆਪਦੇ ਪੈਰੇ ਨੂੰ। ਇੰਟਰਨੈਟ ਦੇ ਵਿੱਚ ਬਲਕ ਵਾਲੀ ਇਨਫੋਰਮੇਸ਼ਨ ਨੂੰ ਚੱਕ ਕੇ ਦੇਖੋਗੇ ਵੀ ਬ੍ਰੇਨ ਚੋਂ ਜਾ ਰਹੀ ਆ, ਬ੍ਰੇਨ ਕਨਫਿਊਜ਼ ਹੋ ਰਿਹਾ, ਉਹਨੂੰ ਪਤਾ ਨਹੀਂ ਲੱਗ ਰਿਹਾ ਕਿਹੜੀ ਚੀਜ਼ ਇੰਪੋਰਟੈਂਟ ਆ ਕਿਹੜੀ ਅਨਇੰਪੋਰਟੈਂਟ ਆ। ਇਹਦੇ ਨਾਲ ਉਹ ਇੰਪੋਰਟੈਂਟ ਚੀਜ਼ਾਂ ਨੂੰ ਆਪਦੇ ਮਾਈਂਡ ਚੋਂ ਲੋਸਟ ਕਰਨਾ ਸ਼ੁਰੂ ਕਰ ਦਿੰਦਾ ਜੀ ਡੇਲੀ ਰੂਟੀਨ ਤੇ। ਇਵਨ ਕਿ ਜੋ ਨਿੱਕੇ ਨਿੱਕੇ ਟਾਸਕ ਆ, ਮਾਈਨਰ ਟਾਸਕ, ਫੋਰ ਐਗਜ਼ਾਮਪਲ ਕੀਜ਼ ਹੋ ਗਈਆਂ ਆਪਣੀਆਂ, ਮੋਬਾਈਲ ਫੋਨ ਹੋ ਗਿਆ ਆਪਣਾ, ATM ਕਾਰਡ ਹੋ ਗਿਆ ਆਪਣਾ, ਇਹਨਾਂ ਨੂੰ ਉਹ ਵੈਸੇ ਹੀ ਰੱਖ ਕੇ ਭੁੱਲ ਜਾਂਦਾ ਜੀ, ਏਦਾਂ ਕਹਿ ਸਕਦੇ ਹੋ ਕਿਉਂਕਿ ਤੁਸੀਂ ਤਾਂ ਸਬੂਤ ਦੇਣੇ ਆ ਨਾ ਬਸ। ਤਾਂ ਇਹ ਤੁਹਾਡਾ ਸੀਗਾ ਜੀ BP1 ਜਿਹਦੇ ਵਿੱਚ ਇਹ ਪ੍ਰੂਵ ਕੀਤਾ। ਤਾਂ ਇਹ ਦੋਨੇ BP ਹੋ ਗਏ ਜੀ। BP1 ਮੈਮਰੀ ਲੂਜ਼ ਹੁੰਦੀ ਆ ਇਹਦੇ ਨਾਲ ਜੀ, ਇੰਟਰਨੈਟ ਦੇ ਵਿੱਚ ਆਪਾਂ ਇੰਨੀ ਆਪਣੀ ਪਹੁੰਚ ਹੋ ਗਈ ਆ, ਕੰਟੀਨਿਊਸ ਇਨਫੋਰਮੇਸ਼ਨ ਆ, ਉਹ ਤੁਸੀਂ ਪ੍ਰੂਵ ਕਰਤਾ BP2 ਚ। ਦੂਸਰੇ ਪਾਸੇ ਕ੍ਰਿਟੀਕਲ ਕ੍ਰਿਟੀਕਲ ਸਕਿੱਲਸ ਇਹ ਵੀ ਤੁਸੀਂ ਪ੍ਰੂਵ ਕਰਤਾ ਕਿ ਜੀ ਹਾਂਜੀ ਆਹ ਵਾਲੀਆਂ ਚੀਜ਼ਾਂ ਦੇ ਨਾਲ ਏਦਾਂ ਕਰਕੇ ਲਾਸਟ ਤੇ ਜਾ ਕੇ ਕ੍ਰਿਟੀਕਲ ਸਕਿੱਲ ਜਿਹੜੀ ਆ ਉਹ ਆਪਣੀ ਵੋਰਸ ਹੋ ਜਾਂਦੀ ਹੈ ਜੀ, ਡੈਮੇਜ ਹੋ ਜਾਂਦੀ ਹੈ ਜੀ। ਤੁਹਾਨੂੰ ਮੈਂ ਮਿਊਟ ਤੋਂ ਖੋਲੂੰਗਾ, ਮੈਨੂੰ ਦੱਸਿਓ ਜੀ ਕਿ ਤੁਸੀਂ ਪੁਆਇੰਟ ਸੇਮ ਸੋਚੇ ਸੀਗੇ।